ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ। ਮੈਂ ਬੋਨੀ ਬਿੰਦਰਾ। ਰੋਜ਼ ਦੀ ਤਰ੍ਹਾਂ ਅੱਜ ਫੇਰ ਸ਼ਾਮ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਸ਼ਾਮ ਦੀਆਂ ਖਬਰਾਂ ਲੈ ਕੇ। ਅੱਜ ਦਿਨ ਦੇ ਵਿੱਚ ਕੀ ਬੀਤਿਆ ਪੰਜਾਬ ਦੇ ਨਾਲ, ਪੰਜਾਬ ਦੀ ਪੋਲਿਟਿਕਸ ਤੇ ਪੰਜਾਬੀਆਂ ਦੇ ਲਈ ਜਿਹੜੀਆਂ ਵੀ ਖਾਸ ਖਬਰਾਂ ਨੇ ਉਹ ਤੁਹਾਡੇ ਸਾਹਮਣੇ ਹੁਣ ਪੇਸ਼ ਕਰਾਂਗੇ। ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੁੱਖ ਸੰਪਾਦਕ ਸਰਦਾਰ ਕੁਲਵੰਤ ਸਿੰਘ ਜੀ ਜੁੜੇ ਨੇ। ਕੁਲਵੰਤ ਜੀ, ਬਹੁਤ ਬਹੁਤ ਸਵਾਗਤ ਸ਼ੋਅ ਦੇ ਵਿੱਚ। ਬਹੁਤ ਧੰਨਵਾਦ ਬੋਨੀ। ਕੁਲਵੰਤ ਜੀ, ਜਿਹੜਾ ਪਹਿਲਾ ਸਭ ਤੋਂ ਵੱਡਾ ਮਸਲਾ ਚੱਲਦਾ ਆ ਰਿਹਾ ਪਿਛਲੇ ਕਾਫੀ ਸਮੇਂ ਤੋਂ, ਇਹਦੇ ਤੇ ਕਾਫੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਹੈ ਉਹ ਬਹੁਤ ਵੱਡਾ ਇੱਕ ਹਊਆ ਬਣ ਚੁੱਕਿਆ। ਕਦੀ ਕੋਲਾ ਮੁੱਕ ਜਾਂਦਾ, ਕਦੀ ਥਰਮਲ ਪਲਾਂਟ ਬੰਦ ਹੋਣ ਦੀ ਗੱਲ ਹੁੰਦੀ ਹੈ, ਕਦੀ ਕਹਿੰਦੇ ਨੇ ਜਿਹੜੇ ਚਿੱਟੇ ਕਾਗਜ਼ ਨੇ ਉਹ ਲੈ ਕੇ ਆਏ ਹਾਂ ਅਸੀਂ, ਵਾਈਟ ਪੇਪਰ ਹੈ, ਕਦੀ ਕਹਿੰਦੇ MOU ਗਲਤ ਸਾਈਨ ਹੋ ਗਏ। ਹੁਣ ਕਹਿੰਦੇ ਹੈ ਕਿ ਰਾਜਪੁਰੇ ਦੀ ਜਿਹੜੀ ਇੱਕ ਇਕਾਈ ਹੈ ਉਹ ਥਰਮਲ ਪਲਾਂਟ ਦੀ ਬੰਦ ਹੋ ਗਈ ਹੈ ਤੇ ਉੱਥੇ ਕਹਿੰਦੇ ਕੋਲਾ ਮੁੱਕ ਚੱਲਿਆ ਤੇ ਅੱਧੇ ਦਿਨਾਂ ਦਾ ਕਹਿੰਦੇ ਹੋਰ ਵੀ 2-4 ਥਾਵਾਂ ਤੇ ਕੋਲਾ ਰਹਿ ਗਿਆ। ਤੇ ਉਧਰੋਂ ਸੈਂਟਰ ਸਰਕਾਰ ਤੋਂ ਜਦੋਂ ਭਗਵੰਤ ਮਾਨ ਹੋਰਾਂ ਨੇ ਮੰਗ ਕੀਤੀ ਹੈ ਤਾਂ ਅੱਗੋਂ ਉਹਨਾਂ ਨੇ ਵੀ ਹੱਥ ਖੜੇ ਕਰਤੇ। ਹੁਣ ਵੀ ਸਾਡੇ ਕੋਲ ਤਾਂ ਕੋਲਾ ਹੈ ਨਹੀਂ, ਤੁਸੀਂ ਬਾਹਰੋਂ ਜੇ ਵਿਦੇਸ਼ਾਂ ਤੋਂ ਲੈਣਾ ਤਾਂ ਤੁਸੀਂ ਸਿੱਧਾ ਲੈ ਸਕਦੇ ਹੋ। ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ ਤੇ ਕੀ ਹੁਣ ਪੰਜਾਬ ਨੂੰ ਕਾਰਨਰ ਕੀਤਾ ਜਾ ਰਿਹਾ? ਦੇਖੋ, ਤੁਸੀਂ ਪੰਜਾਬ ਨੂੰ ਕਾਰਨਰ ਕੀਤੇ ਜਾਣ ਦੀ ਗੱਲ ਕੀਤੀ ਹੈ ਤੇ ਇਹਦੇ 'ਚ ਕੋਈ ਦੋ ਰਾਏ ਨਹੀਂ। ਹੁਣ ਪੰਜਾਬੀਓ, ਮੈਂ ਤਾਂ ਇੱਕ ਗੱਲ ਕਹਿਣਾ ਵੀ ਪੰਜਾਬੀਓ ਤਿਆਰ ਰਹੋ। ਜਿਹੜਾ ਤੁਸੀਂ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ ਹੈਗਾ ਸਰਕਾਰ ਬਣਾਉਣ ਲਈ ਪੰਜਾਬ ਦੇ ਵਿੱਚ, ਉਹਦਾ ਹੁਣ ਖਮਿਆਜਾ ਜਿਸ ਤਰੀਕੇ ਦੇ ਦਿੱਲੀ ਦੇ ਲੋਕਾਂ ਨੇ ਭੁਗਤਿਆ ਪਿਛਲੇ ਸਮੇਂ ਦੇ ਦੌਰਾਨ, ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਭੁਗਤਣਾ ਪੈਣਾ। ਕਿਉਂਕਿ ਤੁਸੀਂ ਦੇਖੋ ਵੀ ਦਿੱਲੀ ਦੇ ਵਿੱਚ ਵੀ ਜਿਹੜਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ, ਉੱਥੇ LG ਲਗਾ ਦਿੱਤਾ ਗਿਆ, ਉੱਥੋਂ ਉਹਨਾਂ ਤੋਂ ਅਧਿਕਾਰ ਹੀ ਖੋਲ੍ਹ ਦਿੱਤੇ ਗਏ। ਸਰਕਾਰ ਦਾ ਮਤਲਬ ਹੀ ਜਿਹੜਾ ਉਹ ਲੈਫਟੀਨੈਂਟ ਜਿਹੜਾ ਸੀਗਾ ਉਹ ਜਿਹੜਾ ਉੱਥੇ ਦਾ ਉਹਨਾਂ ਦਾ ਉਪ ਰਾਜਪਾਲ ਜਿਹੜਾ ਸੀਗਾ ਉਹਨਾਂ ਨੂੰ ਉਹਨੂੰ ਸਰਕਾਰ ਦਾ ਮਤਲਬ ਹੀ ਉਹ ਬਣਾ ਦਿੱਤਾ ਗਿਆ, ਯਾਨੀ ਕੇਂਦਰ ਦੇ ਅਧੀਨ ਕਰ ਦਿੱਤੀ ਗਈ ਦਿੱਲੀ। ਤੇ ਉੱਥੇ ਵੀ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ। ਪਹਿਲਾਂ ਪੂਰਾ ਜ਼ੋਰ ਲਾਇਆ ਵੀ ਉਹ ਕੰਮ ਨਾ ਕਰ ਸਕਣ, ਤੇ ਜਦੋਂ ਉਹਦੇ ਬਾਵਜੂਦ ਵੀ ਉਹ ਕੰਮ ਕਰਨੋਂ ਨਹੀਂ ਟਲੇ, ਲੋਕਾਂ ਨੂੰ ਖੁਸ਼ ਕਰਨੋਂ ਨਹੀਂ ਟਲੇ, ਤਾਂ ਫਿਰ ਉਹਨਾਂ ਨੇ ਸਰਕਾਰ ਹੀ ਆਪਣੇ ਕਬਜ਼ੇ 'ਚ ਲੈ ਲਈ। ਤੇ ਇਹੋ ਹਾਲਾਤ ਜਿਹੜੇ ਨੇ ਹੁਣ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਏ ਨੇ। ਤੁਸੀਂ ਦੇਖੋ ਕਿ ਪਹਿਲਾਂ BBMB ਦੇ ਵਿੱਚ ਜਿਹੜਾ ਉਹਨਾਂ ਦੀ ਜਿਹੜੀ ਪੰਜਾਬ ਦੀ ਸ਼ਮੂਲੀਅਤ ਜਿਹੜੀ ਸੀ ਉਹ ਕੱਢ ਦਿੱਤੀ ਗਈ। ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਲਈ ਜਿਹੜਾ ਲੋਕ ਹਿੱਤ ਫੈਸਲਾ ਲਿਆ ਗਿਆ ਸੀਗਾ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਕਿ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਬਿਜਲੀ ਜਿਹੜੀ ਉਹ ਮੁਫਤ ਦਿੱਤੇ ਜਾਣ ਤੇ ਬਾਕੀ ਜਿਹੜੀ ਸਸਤੀ ਬਿਜਲੀ ਦਿੱਤੇ ਜਾਣ ਦੀ ਜਿਹੜੇ ਉਹ ਸਹੂਲਤ ਦਾ ਐਲਾਨ ਕਰ ਦਿੱਤਾ ਗਿਆ ਸੀਗਾ। ਤੁਰੰਤ ਬਾਅਦ ਜਿਹੜਾ ਸੀ ਉਹ ਇੱਕ ਫੈਸਲਾ ਆ ਗਿਆ ਕੇਂਦਰ ਸਰਕਾਰ ਦਾ ਕਿ ਜਦੋਂ ਤੱਕ ਭਗਵੰਤ ਮਾਨ ਹੋਣੀ ਪੰਜਾਬ ਦੇ ਵਿੱਚ 85 ਲੱਖ ਮੀਟਰ ਉਹ ਪ੍ਰੀਪੇਡ ਨਹੀਂ ਲਗਾ ਦੇਣਗੇ, ਯਾਨੀ ਕਿ ਪਹਿਲਾਂ ਪੈਸੇ ਜਿਵੇਂ ਮੋਬਾਈਲ 'ਤੇ ਆਪਾਂ ਰੀਚਾਰਜ ਕਰਦੇ ਹਾਂ, ਪਹਿਲਾਂ ਪੈਸੇ ਦੇ ਕੇ ਉਹਦੇ 'ਚ ਉਹਨਾਂ ਕੁ ਆਪਾਂ ਟਾਕ ਟਾਈਮ ਪਵਾਉਂਦੇ ਹਾਂ, ਇਸੇ ਤਰ੍ਹਾਂ ਪਹਿਲਾਂ ਪੈਸੇ ਦੇ ਕੇ ਆਪਾਂ ਨੇ ਉਹਨਾਂ ਦੇ ਯੂਨਿਟ ਪਵਾਉਣੇ ਪਿਆ ਕਰਨਗੇ, ਤਾਂ ਜਾ ਕੇ ਜਿਹੜਾ ਉਹ ਮੀਟਰ ਚੱਲੇਗਾ। ਅਦਰਵਾਈਜ਼ ਤੁਹਾਡੇ ਘਰ ਦੀ ਬੱਤੀ ਗੁੱਲ ਰਿਹਾ ਕਰੇਗੀ। ਇਹਦਾ ਮਤਲਬ ਸਾਫ਼ ਹੀ ਹੈਗਾ ਕਿ ਤੁਸੀਂ ਜਿਹੜੇ ਮੁਫਤ ਸਹੂਲਤਾਂ ਦੇਣ ਦੀ ਗੱਲ ਕਰ ਰਹੇ ਹੋ ਪੰਜਾਬੀਆਂ ਨੂੰ, 300 ਯੂਨਿਟ ਬਿਜਲੀ ਤੇ ਪਲੱਸ ਜਿਹੜਾ ਉਹ ਸਸਤੀ ਬਿਜਲੀ, ਉਹ ਹੁਣ ਨਹੀਂ ਉਹ ਹੁਣ ਹੋਣਾ ਜਿਹੜਾ ਉਹ ਸੰਭਵ ਨਹੀਂ ਹੋ ਪਾਏਗਾ। ਤੇ ਕਿਉਂਕਿ ਪਹਿਲਾਂ ਹੀ ਜਿਹੜਾ ਉਹ ਉਹਨਾਂ ਨੂੰ ਪ੍ਰੀਪੇਡ ਦੇਣਾ ਪੈਣਾ ਹੈਗਾ। ਤੇ ਇਸ ਤੋਂ ਇਲਾਵਾ ਦੂਜੇ ਪਾਸੇ ਜੇਕਰ ਇਹਦੇ ਵੀ ਕੁਝ ਗੁੰਜਾਇਸ਼ ਬਚੀ ਹੈ ਤਾਂ ਉਹ ਵੀ ਫਿਰ ਅੱਗੇ ਚੱਲ ਕੇ ਜਦੋਂ ਕੋਲੇ ਦੀ ਵਾਰੀ ਆਈ ਹੈ ਤਾਂ ਕੋਲੇ ਦੀ ਵਾਰੀ ਦੇ ਵਿੱਚ ਵੀ ਇਹ ਕਹਿੰਦਾ, ਹੁਣ ਜਦੋਂ ਪਤਾ ਲੱਗਿਆ ਵੀ ਕੁਝ ਥਰਮਲ ਪਲਾਂਟਾਂ ਕੋਲੋਂ ਸਿਰਫ ਅੱਧੇ ਦਿਨ ਦਾ ਜਾਂ ਕੁਝ 15 ਦਿਨ ਦਾ ਕੁਝ ਕੋਲ ਇਸ ਤਰ੍ਹਾਂ ਕਰਕੇ ਘੱਟ ਕੋਲਾ ਰਹਿ ਗਿਆ ਤੇ ਥਰਮਲ ਪਲਾਂਟ ਬੰਦ ਹੋਣ ਦੇ ਕੰਢੇ ਆ ਗਏ ਨੇ, ਤਾਂ ਉਹਦੇ ਵਿੱਚ ਵੀ ਫਿਰ ਜਦੋਂ ਕੇਂਦਰ ਸਰਕਾਰ ਦੇ ਨਾਲ ਗੱਲ ਕੀਤੀ ਗਈ ਤਾਂ ਬਿਜਲੀ ਮੰਤਰਾਲਿਆ ਨੇ ਇੱਕ ਪੱਤਰ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਇਹ ਕਿਹਾ ਹੈਗਾ ਕਿ ਪੰਜਾਬ ਸਰਕਾਰ ਨੂੰ ਪੂਰੇ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਨੂੰ ਕਹਿ ਦਿੱਤਾ ਗਿਆ ਕਿ ਕੋਲਾ ਜਿਹੜਾ ਉਹ ਇੱਕ ਅਨੁਪਾਤ ਰਾਹੀਂ ਦਿੱਤਾ ਜਾਏਗਾ, ਬਿਜਲੀ ਦੀ ਮੰਗ ਦੇ ਰਾਹੀਂ ਨਹੀਂ ਦਿੱਤਾ ਜਾਏਗਾ। ਇੱਕ ਨਿਸ਼ਚਿਤ ਅਨੁਪਾਤ ਹੋਏਗੀ, ਉਹਦੇ ਮੁਤਾਬਕ ਜਿਹੜਾ ਕੋਲਾ ਦਿੱਤਾ ਜਾਏਗਾ। ਮੰਗ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਕੁੱਲ ਮਿਲਾ ਕੇ ਹਾਲੇ ਤੱਕ ਤਾਂ ਨਹੀਂ, ਜਿੱਥੇ ਤੱਕ ਮੇਰੀ ਜਾਣਕਾਰੀ ਹੈ ਹਾਲੇ ਤੱਕ ਅਜਿਹਾ ਨਹੀਂ ਹੋਇਆ ਦੇਸ਼ ਦੇ ਇਤਿਹਾਸ ਦੇ ਵਿੱਚ, ਆਜ਼ਾਦੀ ਦੇ ਇਤਿਹਾਸ ਤੋਂ ਬਾਅਦ ਇਹ ਕਦੇ ਵੀ ਨਹੀਂ ਹੋਇਆ ਜਿੱਥੇ ਤੱਕ ਮੇਰੀ ਜਾਣਕਾਰੀ ਹੈ। ਤੇ ਹੁਣ ਇਹ ਫੈਸਲੇ ਇਸ ਕਰਕੇ ਹੋਣ ਲੱਗ ਪਏ ਨੇ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਮੁਫਤ ਜਾ ਰਹੀ ਹੈ, ਦੂਜੇ ਪਾਸੇ ਸ਼ਹਿਰੀ ਜਾਂ ਜਿੰਨੇ ਵੀ ਘਰੇਲੂ ਮੀਟਰ ਨੇ ਉਹਨਾਂ ਨੂੰ ਵੀ 300 ਯੂਨਿਟ ਬਿਜਲੀ ਮੁਫਤ ਕੀਤੀ ਗਈ ਹੈ ਤੇ ਬਾਕੀ ਦੇ ਜਿਹੜੇ ਉਹਨਾਂ ਦਾ ਬਿਜਲੀ ਸਸਤੀ ਕੀਤੀ ਗਈ। ਸੋ ਇਹ ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਇਹ ਚੀਜ਼ਾਂ ਹਜਮ ਨਹੀਂ ਹੋ ਰਹੀਆਂ ਕਿਉਂਕਿ ਭਾਰਤੀ ਜਨਤਾ ਪਾਰਟੀ ਜਾਂ NDA ਆਪਾਂ ਕਹਿ ਸਕਦੇ ਹਾਂ, NDA ਨੂੰ ਜਦੋਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਨਕਾਰਤਾ, ਦਿੱਲੀ ਦੇ ਲੋਕਾਂ ਨੇ ਨਕਾਰਤਾ ਤੇ ਦਿੱਲੀ ਦੇ ਲੋਕਾਂ ਨੂੰ ਵੀ ਉਹਨਾਂ ਦੀ ਜਿਹੜੀ ਹੈ ਉਹ ਉਹਨਾਂ ਦੇ ਫੈਸਲੇ
ਵੋਟਾਂ ਵਿਰੁੱਧ ਪਾਉਣ ਦਾ ਜਿਹੜਾ ਖਮਿਆਜਾ ਭੁਗਤਣਾ ਪਿਆ, ਤੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਹੁਣ ਭੁਗਤਣਾ ਪਵੇਗਾ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਹੋਣੀਆਂ ਸ਼ੁਰੂ ਹੋ ਗਈਆਂ ਨੇ। ਤੇ ਮੈਨੂੰ ਇਹ ਖਦਸ਼ਾ ਹੈਗਾ ਕਿ ਜੋ ਕੁਝ ਵੀ ਦਿੱਲੀ ਦੇ ਵਿੱਚ ਹੋਇਆ, ਯਾਨੀ ਦਿੱਲੀ ਦੇ ਵਿੱਚ ਵੀ ਜਿਹੜਾ ਉਪ ਰਾਜਪਾਲ ਨੂੰ ਦਾ ਮਤਲਬ ਸਰਕਾਰ ਬਣਾ ਦਿੱਤਾ ਗਿਆ ਸੀ, ਜੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਵੀ ਅਜਿਹਾ ਕਰ ਦਿੱਤਾ ਗਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਕੋਈ ਕਿਸੇ ਨੂੰ ਹੈਰਾਨੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਉਸ ਵੱਲ ਵੱਧ ਪਏ ਨੇ। ਤੇ ਜੇ ਅਜਿਹਾ ਹੁੰਦਾ ਤਾਂ ਦਿੱਲੀ ਦੇ ਲੋਕਾਂ ਨੇ ਤਾਂ ਇਸ ਨੂੰ ਕਬੂਲ ਕਰ ਲਿਆ ਸੀਗਾ, ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਕਬੂਲ ਕਰਨਗੇ। ਪੰਜਾਬੀਆਂ ਨੇ ਪਹਿਲਾਂ ਨੱਕ 'ਚ ਦਮ ਕਰਕੇ ਜਿਹੜਾ ਫੈਸਲਾ ਇੱਕ 3 ਖੇਤੀ ਕਾਨੂੰਨ ਵਾਪਸ ਕਰਾ ਦਿੱਤਾ ਗਿਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਜਿਹੜਾ ਉਹ ਹੋਣ ਦੇ ਵੱਲ ਕਦਮ ਵੱਧ ਰਹੇ ਨੇ, ਕਿਉਂਕਿ ਇਹਦੇ ਵਿੱਚ ਬੋਨੀ ਹੁਣ ਤੁਸੀਂ ਦੇਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਟਾਈ ਦਾ ਸੀਜ਼ਨ ਚੱਲਣਾ ਜੀ, ਉਸ ਤੋਂ ਬਾਅਦ ਝੋਨੇ ਦੀ ਜਿਹੜੀ ਉਹ ਬਿਜਾਈ ਸ਼ੁਰੂ ਹੋ ਜਾਣੀ ਹੈ, ਤੇ ਝੋਨੇ ਦੀ ਬਿਜਾਈ ਦੇ ਵਿੱਚ ਜਿਹੜਾ ਉਹ ਬਿਜਲੀ ਦੀ ਮੰਗ ਜਿਹੜੀ ਉਹ ਵਧੇਗੀ। ਗਰਮੀ ਤਾਂ ਹੁਣੀ ਵੱਧ ਚੁੱਕੀ ਹੈ, ਤੇ ਜਿਉਂ-ਜਿਉਂ ਇਹ ਬਿਜਲੀ ਦੀ ਮੰਗ ਵਧਣੀ ਹੈ, ਝੋਨੇ ਦੀ ਬਿਜਾਈ ਦਾ ਸੀਜ਼ਨ ਅੱਗੇ ਆਉਣਾ, ਤੇ ਇੱਧਰੋਂ ਬਿਜਲੀ ਜੀ ਉਹ ਪੂਰਾ ਨਹੀਂ ਹੋਣਾ, ਇਹਨਾਂ ਨੇ ਮੰਗ ਪੂਰੀ ਨਹੀਂ ਹੋਣੀ, ਤੇ ਉਹ ਸੁਨੇਹਾ ਇਹ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਕੇਂਦਰ ਵੱਲੋਂ ਕਿ ਇਹ ਦੇਖੋ ਜੀ, ਪਹਿਲਾਂ ਵੀ ਤਾਂ ਚੱਲ ਰਹੀਆਂ ਸੀ ਸਰਕਾਰਾਂ, ਹੁਣ ਇਹਨਾਂ ਕੋਲੋਂ ਨਹੀਂ ਚੱਲਦੀਆਂ, ਤੁਸੀਂ ਉਹ ਵੋਟਾਂ ਪਾਈਆਂ ਇਹਨਾਂ ਨੇ, ਪਰ ਫੈਸਲੇ ਜੇ ਕਰ ਦਿੱਤੇ ਗਏ ਕਿ ਉਹ ਸਾਰਾ ਦਾ ਸਾਰਾ ਜਿਹੜਾ ਉਹ ਭਾਂਡਾ ਜਿਹੜਾ ਉਹ ਪੰਜਾਬ ਦੀ ਸਰਕਾਰ ਦੇ ਉੱਤੇ ਭੰਨ ਦਿੱਤਾ ਜਾਵੇ। ਮਤਲਬ ਸਾਰਾ ਕੁਝ ਰਲ ਮਿਲਾ ਕੇ ਇਹਨਾਂ ਨੇ ਐਂਟੀ ਇਨਕੰਬੈਂਸੀ ਤੇ ਲਿਆ ਕੇ ਗੱਲ ਖੜਾ ਦੇਣੀ ਹੈ, ਜਿਹੜੀ ਕਿ ਪਹਿਲਾਂ ਵੀ ਬੜੀ ਚਰਚਾ ਚੱਲੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਉਤਾਰਿਆ ਗਿਆ ਉਹਨਾਂ ਦੇ ਪਦ ਤੋਂ, ਤੇ ਉਹ ਇੱਥੋਂ ਉਤਰ ਕੇ ਤੇ ਸਿੱਧਾ ਅਮਿਤ ਸ਼ਾਹ ਦੀ ਗੋਦੀ 'ਚ ਜਾ ਕੇ ਬੈਠੇ ਸੀ, ਉਹਨਾਂ ਨੇ ਗੱਲਬਾਤ ਕਰੀ, ਉਸ ਤੋਂ ਬਾਅਦ ਅਲਾਇੰਸ ਵੀ ਕਰ ਲਿਆ, ਤੇ ਬੜੀ ਚਰਚਾ ਚੱਲੀ ਸੀ ਉਦੋਂ ਜਿਹੜੇ ਰਾਜਨੀਤਿਕ ਗਲਿਆਰਿਆਂ 'ਚ ਕਿ ਇਹਨਾਂ ਨੇ ਜੀ ਕੀ ਕਰਨਾ ਹੁਣ, ਤੇ ਪੰਜਾਬ ਦੇ ਵਿੱਚ ਵੋਟਾਂ ਇਹਨਾਂ ਨੇ ਕਰਾਉਣੀਆਂ ਨਹੀਂ, ਤੇ ਸਿੱਧਾ ਲਾ ਦੇਣਾ ਜਿਹੜਾ ਰਾਸ਼ਟਰਪਤੀ ਸ਼ਾਸਨ ਲਾਗੂ ਕਰਕੇ, ਤੇ ਰਾਜਪਾਲ ਲਾ ਕੇ ਕੈਪਟਨ ਉਹਨਾਂ ਨੂੰ ਦੁਬਾਰਾ ਜਿਹੜਾ ਇਹਨਾਂ ਨੇ ਮੁਖੀ ਬਣਾ ਦੇਣਾ ਪੰਜਾਬ ਸਟੇਟ ਦਾ। ਉਹ ਚਲੋ ਉਹ ਵੋਟਾਂ ਸੁਖਾਵੀਆਂ ਲੰਘ ਗਈਆਂ, ਤੇ ਉਸ ਤੋਂ ਬਾਅਦ ਸਰਕਾਰ ਬਣਾ ਲਈ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਉਹਨਾਂ ਨੇ, ਤੇ ਉਸ ਤੋਂ ਬਾਅਦ ਜਦੋਂ ਹੁਣ ਜਿਹੜਾ ਕਾਰਨਰ ਕਰਦੇ ਜਾ ਰਹੇ ਨੇ ਪੰਜਾਬ ਨੂੰ, ਇੱਕ ਪਾਸੇ ਕੱਲ ਅਮਿਤ ਸ਼ਾਹ ਹੋਣੀ ਆ ਕੇ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਜਿਹੜਾ ਸੈਂਟਰ ਜਿਹੜੇ ਸਰਵਿਸਿਜ਼ ਰੂਲਸ ਨੂੰ ਲਾਗੂ ਕਰਕੇ ਗਏ ਨੇ, ਉਹ 60% ਫਿਰ ਉੱਥੋਂ ਵੀ ਜਿਹੜਾ ਸਾਡੀ ਸ਼ਮੂਲੀਅਤ ਹੈ ਪੰਜਾਬੀਆਂ ਦੀ ਉਹ ਖਤਮ ਕਰ ਗਏ ਉੱਥੋਂ। ਪਹਿਲਾਂ BBMB ਤੁਸੀਂ ਗੱਲ ਕਰੀ ਹੈ, ਭਾਖੜਾ ਬਿਆਸ ਜਿਹੜਾ ਮੈਨੇਜਮੈਂਟ ਜਿਹੜਾ ਬੋਰਡ ਹੈ, ਉਹਦੇ ਵਿੱਚੋਂ ਵੀ ਉਹਨਾਂ ਨੇ ਪੰਜਾਬ ਨੂੰ ਜਿਹੜਾ ਵਾਂਝੇ ਕਰ ਦਿੱਤਾ। ਇਸ ਤੋਂ ਬਾਅਦ ਹੁਣ ਕੀ ਸਾਨੂੰ ਇਹ ਦੇਖਣ ਨੂੰ ਨਹੀਂ ਲੱਗਦਾ ਕਿ ਜਿਹੜੀਆਂ ਹੋਰ ਪਾਰਟੀਆਂ ਨੇ, ਇਹ ਇੱਕ ਫਿਲਮ ਆਈ ਸੀ 2002 ਦੇ ਵਿੱਚ ਨਾਇਕ ਕਰਕੇ, ਤੇ ਉਹ ਕੰਮ ਨਹੀਂ ਸ਼ੁਰੂ ਹੋ ਗਿਆ ਵੀ ਜਿਵੇਂ ਆਪੋਜੀਸ਼ਨ ਹੈ ਸਾਰੀ ਉਹ ਇੱਕ ਪਾਸੇ ਹੋ ਗਈ, ਤੇ ਇੱਕ ਜਿਹੜੀ ਸੋਚਿਆ ਜਾਵੇ ਕਿ ਫਿਲਮੀ ਤੌਰ ਦੇ ਵਿੱਚ ਵੀ ਦੇਖਿਆ ਜਾਵੇ ਕਿ ਇੱਕ ਜਿਹੜੀ ਇਮਾਨਦਾਰ ਜੀ ਲੱਗਣ ਵਾਲੀ ਪਾਰਟੀ ਹੈ ਉਹ ਇੱਕ ਪਾਸੇ ਖੜੀ ਹੈ। ਉਹ ਹੁਣ ਇਹੋ ਜਿਹੇ ਫੈਸਲੇ ਕਰ ਰਹੇ ਨੇ। ਅੱਜ ਨਵਾਂ ਫੈਸਲਾ ਆਇਆ ਭਗਵੰਤ ਸਿੰਘ ਮਾਨ ਉਹਨਾਂ ਦਾ, ਉਹ ਕਹਿੰਦੇ ਵੀ ਘਰੇ ਤੁਹਾਨੂੰ ਡਿਲੀਵਰੀ ਦੇਵਾਂਗੇ, ਰਾਸ਼ਨ ਤੁਹਾਨੂੰ ਮਿਲਣਾ। ਅੱਛਾ, ਇਹ ਗੱਲ ਚੱਲੀ ਸੀਗੀ ਬਾਦਲ ਸਰਕਾਰ ਤੋਂ, ਉਹ ਕਹਿੰਦੇ ਸੀ ਅਸੀਂ ਆਟਾ ਦਾਲ ਸਕੀਮ ਚਲਾਈ ਹੈ ਜੀ, ਅਸੀਂ ਦੇਵਾਂਗੇ ਜੀ, ਤੇ ਉਹਨਾਂ ਨੇ 4 ਰੁਪਏ ਤੇ 10 ਰੁਪਏ ਮੇਰੇ ਖਿਆਲ ਤੇ 4 ਰੁਪਏ ਕਿਲੋ ਆਟਾ ਤੇ 2 ਰੁਪਏ ਕਿਲੋ ਦਾਲ, ਇਹਨਾਂ ਨੇ 2 ਰੁਪਏ ਕਿਲੋ ਆਟਾ 4 ਰੁਪਏ ਕਿਲੋ ਦਾਲ ਜੀ, ਇਹ ਰੇਟ ਇਹਨਾਂ ਨੇ ਰੱਖੇ ਸੀ। ਤੇ ਉਹਦਾ ਹੁਣ ਇਹਨਾਂ ਨੇ ਇੱਕ ਕਦਮ ਅੱਗੇ ਵਧਾ ਕੇ ਕਹਿੰਦੇ ਵੀ ਤੁਹਾਨੂੰ ਹੋਮ ਡਿਲੀਵਰੀ ਦੇਵਾਂਗੇ, ਜਿਵੇਂ ਤੁਸੀਂ ਪੀਜ਼ੇ ਬਰਗਰ ਮੰਗਾਉਂਦੇ ਹੋ ਜ਼ੋਮੈਟੋ ਵਗੈਰਾ ਤੇ ਉਵੇਂ ਤੁਹਾਨੂੰ ਹੁਣ ਜਿਹੜਾ ਰਾਸ਼ਨ ਆ ਉਹ ਘਰੇ ਆ ਕੇ ਮਿਲੂਗਾ। ਮਾਨ ਉਹਨਾਂ ਨੇ ਕਿਹਾ ਕਿ ਹੁਣ ਇੱਕ ਗਰੀਬ ਬੰਦਾ ਕਹਿੰਦਾ ਉਹ ਦਿਹਾੜੀ ਭੰਨ ਕੇ ਉਹ ਜਾਂਦਾ ਉੱਥੇ ਲਾਈਨ 'ਚ ਲੱਗਦਾ, ਉਹਨਾਂ ਨੂੰ ਮਿਲਦਾ, ਕਈ ਵਾਰ ਰਾਸ਼ਨ ਨਹੀਂ ਮਿਲਦਾ, ਕਈ ਵਾਰੀ ਡਿਪੋ ਵਾਲੇ ਫਿਰ ਉਹ ਡੋਲੂ ਖੜਕਾ ਕੇ ਦਿਖਾ ਦਿੰਦੇ ਨੇ ਵੀ ਇੱਥੇ ਤੱਕ ਜੀ ਖਾਲੀ ਹੈ। ਹੁਣ ਇੱਕ ਪਾਸੇ ਸਰਕਾਰ ਅਜਿਹੇ ਫੈਸਲੇ ਲੈ ਰਹੀ ਹੈ, ਦੂਜੇ ਪਾਸੇ ਜਿਹੜੀ ਸੈਂਟਰ ਉਹ ਅੱਖਾਂ ਦਿਖਾ ਰਹੀ ਹੈ। ਇਹਦੇ ਵਿੱਚ ਇਹ ਨਾ ਹੋਵੇ ਕਿ ਦੋ ਚਿੱਟੇ ਹੱਥਿਆਂ ਦੀ ਲੜਾਈ ਦੇ ਵਿੱਚ ਤੇ ਜਿਹੜੀ ਥੱਲੇ ਵਾਲੀ ਘਾਹ ਹੈ ਉਹ ਕੁਚਲਿਆ ਜਾਵੇ, ਤੇ ਉਹ ਪੰਜਾਬੀਆਂ ਦਾ ਇਹੋ ਜਿਹਾ ਕੁਝ ਨਹੀਂ ਬਣਦਾ ਦਿਖ ਰਿਹਾ। ਦੇਖੋ, ਕੁੱਲ ਮਿਲਾ ਕੇ ਅਗਰ ਦੇਖਿਆ ਜਾਵੇ ਤਾਂ ਜੇਕਰ ਆਪਾਂ ਜੋ ਵੀ ਸਿਸਟਮ ਹੋ ਰਿਹਾ ਇਸ ਵੇਲੇ ਉਹਦੇ ਲਈ ਨੁਕਸਾਨ ਸਿੱਧਾ ਜਿਹੜਾ ਉਹ ਪੰਜਾਬੀਆਂ ਨੂੰ ਹੋਣ ਜਾ ਰਿਹਾ। ਤੇ ਬਿਜਲੀ ਸੰਕਟ ਦੀ ਗੱਲ ਕਰ ਲਓ, ਚਾਹੇ ਤੁਸੀਂ ਆਪਣਾ BBMB ਦੀ ਗੱਲ ਕਰ ਲਓ, ਪ੍ਰੀਪੇਡ ਮੀਟਰਾਂ ਦੀ ਇਹਨਾਂ ਨੇ ਗੱਲ ਕਰਤੀ, ਚੰਡੀਗੜ੍ਹ ਦਾ ਹੁਣ ਮਸਲਾ ਆ ਗਿਆ ਹੈਗਾ, ਤੇ ਇਸ ਤੋਂ ਬਾਅਦ ਹੁਣ ਤੁਸੀਂ ਕੋਲੇ ਦਾ ਸੰਕਟ ਜਿਹੜਾ ਆਪਣਾ ਹੁਣ ਜ਼ਿਕਰ ਕੀਤਾ ਹੈਗਾ। ਤੇ ਕਿਉਂਕਿ ਇਹ ਫੈਸਲੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨਵੇਂ ਬਣੇ ਨੇ ਭਗਵੰਤ ਮਾਨ, ਇਹਨਾਂ ਨੇ ਲੋਕ ਹਿੱਤਾਂ 'ਚ ਲੈਣੇ ਸ਼ੁਰੂ ਕਰ ਦਿੱਤੇ, ਤੇ ਕਿਤੇ ਨਾ ਕਿਤੇ ਜਿਹੜਾ ਉਹ ਜਿਹੜੇ ਸੱਤਾ ਦੇ ਵਿੱਚ ਬੈਠੇ ਵਿਰੋਧੀ ਨੇ ਉਹਨਾਂ ਨੂੰ ਇਹ ਗੱਲ ਹਜਮ ਨਹੀਂ ਹੋਣੀ ਕਿ ਜੇਕਰ ਇਹ ਫੈਸਲੇ ਲੋਕ ਹਿੱਤਾਂ ਦੇ ਵਿੱਚ ਲੈਂਦੇ ਚਲੇ ਗਏ ਤਾਂ ਸਾਡੀ ਸੱਤਾ ਦੇ ਵਿੱਚ ਆਉਣ ਦਾ ਸੁਪਨਾ ਜਿਹੜਾ ਉਹ ਬਹੁਤ ਓਨਾ ਹੀ ਦੂਰ ਹੁੰਦਾ ਚਲਾ ਜਾਏਗਾ ਜਿੰਨੇ ਲੋਕੀ ਇਹਨਾਂ ਦੇ ਨੇੜੇ ਹੁੰਦੇ ਚਲੇ ਜਾਣਗੇ। ਤੇ ਇਹ ਜਿਹੜੀ ਚੀਜ਼ ਹੈ ਉਹ ਹੋਮ ਡਿਲੀਵਰੀ ਵਾਲਾ ਕੰਮ ਜਿਹੜਾ ਇਹ ਪਹਿਲੀ ਵਾਰੀ ਨਹੀਂ ਹੋਇਆ ਹੈਗਾ, ਇਹ ਦਿੱਲੀ ਦੇ ਵਿੱਚ ਵੀ ਹੋਇਆ ਸੀ। ਦਿੱਲੀ ਤੋਂ ਵੀ ਥੋੜਾ ਡਰ ਗਏ ਹੋਏ ਜਿਹੜੇ BJP ਤੇ ਹੋਰ ਪਾਰਟੀਆਂ ਵਾਲੇ ਨੇ ਕਿ ਉੱਥੇ ਉਹਨੂੰ 10 ਸਾਲ ਹਿੱਲਣ ਨਹੀਂ ਵਾਲੇ, ਅਗਲੇ ਸਾਲ ਵੀ ਉਹਨਾਂ ਦਾ ਕੋਈ ਲੱਗਦਾ ਨਹੀਂ ਵੀ ਸ਼ਾਇਦ ਉਹ ਇੱਧਰ ਉੱਧਰ ਹੋਣਗੇ। ਤੇ ਹੋ ਸਕਦਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਹ ਫਿਰ ਪੱਕੇ ਪੈਰੀ ਆਉਂਦੇ ਨੇ ਜਿੱਥੇ ਆ ਰਹੇ ਨੇ ਆਪ ਵਾਲੇ। ਦੇਖੋ, ਤੁਸੀਂ ਯਾਦ ਕਰੋ ਕਿ ਜਦੋਂ ਪਿੱਛੇ ਜੇ ਦਿੱਲੀ ਦੀਆਂ ਚੋਣਾਂ ਹੋਈਆਂ ਸੀ ਲਾਸਟ ਵਾਰੀ,
ਤਾਂ ਉਦੋਂ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਮੋਦੀ ਲਹਿਰ ਚਾਰੇ ਪਾਸੇ, ਪੂਰੇ ਹਿੰਦੁਸਤਾਨ ਦੇ ਵਿੱਚ ਸਾਰੇ ਮਤਲਬ ਜ਼ਿਆਦਾਤਰ ਸਟੇਟਾਂ ਦੇ ਵਿੱਚ ਜਿਹੜੀ ਸੀਗੀ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਸੀਗੀਆਂ। ਉਹਨਾਂ ਸਾਰੀਆਂ ਸਰਕਾਰਾਂ ਦੇ ਮੰਤਰੀ ਸੰਤਰੀ ਤੇ ਮੁੱਖ ਮੰਤਰੀ ਵੀ ਆਏ ਉੱਥੇ। ਇਸੇ ਤਰ੍ਹਾਂ ਉੱਥੋਂ ਦੇ ਅਧਿਕਾਰੀ, ਉੱਥੋਂ ਦੀ ਸਾਰੀ ਮਸ਼ੀਨਰੀ, ਕੇਂਦਰ ਦੇ ਸਾਰੇ ਮੰਤਰੀ ਸੰਤਰੀ, ਉੱਥੋਂ ਦੇ ਅਧਿਕਾਰੀ, ਉਹਦੇ ਤੇ ਮਸ਼ੀਨਰੀ, ਇਹ ਸਾਰੇ ਦੇ ਸਾਰੀ ਜਿਹੜੀ ਉਹ ਦਿੱਲੀ ਆ ਕੇ ਬੈਠ ਗਈ ਸੀ। ਮੁਹੱਲੇ ਵਾਈਜ਼ ਜਿਹੜੇ ਸੀ ਉਹ ਮੰਤਰੀਆਂ ਨੂੰ ਦਿੱਤੇ ਗਏ ਸੀ, ਮੁਹੱਲੇ ਜਿਹੜੇ ਤੁਸੀਂ ਜਾ ਕੇ ਜਿਹੜੇ ਉੱਥੇ ਜਾ ਕੇ ਉਹ ਬਿਲਕੁਲ, ਤੇ ਮੁਹੱਲਿਆਂ ਦੇ ਵਿੱਚ ਵੀ ਮਤਲਬ ਏਰੀਆ ਜਿਹੜੇ ਵੰਡ ਦਿੱਤੇ ਗਏ ਸੀਗੇ ਵੀ ਆਹ ਮੁਹੱਲੇ ਇਹ ਫਲਾਣੇ ਮੰਤਰੀ ਨੂੰ, ਆਹ ਢਮਕਾਣੇ ਮੰਤਰੀ ਨੂੰ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਉੱਥੋਂ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਨਕਾਰਤਾ ਸੀ। 3 ਸੀਟਾਂ ਹੋਰ ਮਿਲੀਆਂ ਉਹਨਾਂ ਨੂੰ, ਭਾਰਤੀ ਜਨਤਾ ਪਾਰਟੀ ਨੂੰ ਨਕਾਰਤਾ ਸੀ ਤੇ ਕੇਜਰੀਵਾਲ ਨੂੰ ਜਿਹੜਾ ਉਹ ਸਮਰਥਨ ਦਿੱਤਾ ਗਿਆ। ਸੋ ਤੁਸੀਂ ਇੱਥੋਂ ਸੋਚ ਸਕਦੇ ਹੋ ਕਿ ਉਹ ਐਡਾ ਕੁਝ ਕਰਨ ਦੇ ਬਾਵਜੂਦ ਵੀ ਉੱਥੋਂ ਨਹੀਂ ਜਿੱਤ ਸਕੇ, ਤਾਂ ਹੁਣ ਤੁਸੀਂ ਸੋਚ ਸਕਦੇ ਹੋ ਕਿ ਉੱਥੋਂ ਫਿਰ ਉਹਨਾਂ ਨੂੰ ਫਿਰ LG ਤਾਂ ਲਾਣਾ ਹੀ ਸੀਗਾ। ਤੇ ਇਹੀ ਕੁਝ ਹਾਲਾਤ ਜੇਕਰ ਜਿੱਦਾਂ ਦੇ ਫੈਸਲੇ ਲੈ ਰਹੇ ਨੇ, ਦਿੱਲੀ ਵਰਗੇ ਫੈਸਲੇ ਲੈ ਰਹੇ ਨੇ ਜਿੱਦਾਂ ਦੇ ਦਿੱਲੀ ਦੇ ਲੋਕਾਂ, ਕਿਉਂਕਿ ਦਿੱਲੀ ਦੇ ਵਿੱਚ ਵੀ ਇਹ ਹੋਮ ਡਿਲੀਵਰੀ ਦਾ ਕੰਮ ਸ਼ੁਰੂ ਹੋਇਆ ਹੋਇਆ ਸੀਗਾ ਤੇ ਉਹ LG ਨੇ ਉੱਥੇ ਰੋਕ ਦਿੱਤਾ ਸੀਗਾ ਵੀ ਇਹਦੇ ਨਾਲ ਜਿਹੜਾ ਸੀਗਾ ਭ੍ਰਿਸ਼ਟਾਚਾਰ ਵਧੇਗਾ ਤੇ ਇਹਦੇ ਨਾਲ ਜਿਹੜਾ ਜੀ ਉਹ ਸਮਾਂ ਜਿਹੜਾ ਸਰਕਾਰੀ ਮੁਲਾਜ਼ਮਾਂ ਦਾ ਜਿਹੜਾ ਉਹ ਖਰਾਬ ਹੋਏਗਾ। ਤੇ ਇਹੋ ਕੁਝ ਹੁਣ ਜਿਹੜਾ ਇਹ ਪੰਜਾਬ ਦੇ ਵਿੱਚ ਹੋਣ ਜਾ ਰਿਹਾ, ਤੇ ਜਿਹੜਾ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਹੁਣ ਹਾਲੇ ਇਹ ਵੇਖਣਾ ਹੋਏਗਾ ਵੀ ਇਹਨੂੰ ਰੋਕਣ ਲਈ ਕੀ ਕਰਦੇ ਨੇ, ਕਿਉਂਕਿ ਬਾਕੀ ਦੇ ਜਿੰਨੇ ਕੰਮ ਕਰਦੇ ਚਲੇ ਜਾ ਰਹੇ ਨੇ, ਹਰੇਕ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਸੈਂਟਰ ਦੀ ਤਾਂ ਆਪਾਂ ਇਹ ਗੱਲ ਕਰਦੇ ਆ ਨਾ ਕਿ ਉਹਨਾਂ ਕੋਲ ਤਾਂ ਚਲੋ ਪਾਵਰ ਆ, ਉਹ ਰੋਕ ਰਹੇ ਨੇ ਕੁਛ ਨਾ ਕੁਛ, ਕੋਈ ਨਾ ਕੋਈ ਡੀਕਾ ਲਾਉਂਦੇ ਜਾ ਰਹੇ ਨੇ। ਜਿਹੜੀਆਂ ਹੋਰ ਪਾਰਟੀਆਂ ਪੰਜਾਬ ਦੀਆਂ ਨੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਗੱਲ ਕਰ ਲਈਏ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ, ਵੱਡੇ ਬਾਦਲ ਸਾਹਿਬ ਅੱਜ ਕੱਲ੍ਹ ਲੰਬੀ 'ਚ ਹੈਗੇ ਨੇ, ਜਿਵੇਂ ਆਪਾਂ ਰੋਜ਼ ਹੀ ਉਹਨਾਂ ਦੀ ਗੱਲ ਕਰ ਲੈਂਦੇ ਹਾਂ, ਉਹ ਰੋਜ਼ ਇਹੋ ਜਿਹਾ ਕੁਛ ਕੋਈ ਨਾ ਕੋਈ ਬਿਆਨ ਦਿੰਦੇ ਨੇ ਵੱਡਾ। ਤੇ ਅੱਜ ਫਿਰ ਉਹਨਾਂ ਨੇ ਕਿਹਾ, ਕਹਿੰਦੇ ਜੀ ਚੰਡੀਗੜ੍ਹ ਤੇ ਉਹਨਾਂ ਜਦੋਂ ਪੁੱਛਿਆ ਗਿਆ ਕਿ ਉੱਥੇ ਸਰਵਿਸਿਜ਼ ਰੂਲ ਆ ਜਿਹੜਾ ਲਾਗੂ ਹੋਣਾ ਸੈਂਟਰ ਦਾ, ਉਹ ਕਹਿੰਦੇ ਫਿਰ ਭੁਗਤੋ, ਹੁਣ ਤੁਹਾਨੂੰ ਹੀ ਵੋਟਾਂ ਪਾਈਆਂ। ਤੇ ਇਹ ਸਰਕਾਰ ਜਿਹੜਾ ਲੋਕਾਂ ਦਾ ਫਰਮਾਨ ਹੈ, ਫਤਵਾ ਹੈ, ਉਹਨੂੰ ਜੇ ਆਪਾਂ ਲੋਕਤੰਤਰ ਦੇ ਵਿੱਚ ਭੁਗਤੋ ਦੀ ਆਪਾਂ ਪਰਿਭਾਸ਼ਾ ਦਿੰਦੇ ਆ ਜਾਂ ਆਪਾਂ ਇਹੋ ਜਿਹੀ ਗੱਲ ਕਰਦੇ ਆ ਲੋਕਾਂ ਦੇ ਮੈਂਡੇਟ ਦੇ ਪ੍ਰਤੀ, ਕੀ ਇਹ ਗੱਲ ਠੀਕ ਹੈ? ਇੱਕ 25 ਤੋਂ ਵੀ ਜ਼ਿਆਦਾ ਹੀ ਸਾਲ ਹੋ ਗਏ ਖੈਰ ਉਹਨਾਂ ਨੂੰ 30-35 ਸਾਲ ਹੋ ਗਏ ਰਾਜਨੀਤੀ ਕਰਦਿਆਂ ਨੂੰ। ਇਹੋ ਜਿਹੇ ਰਾਜਨੇਤਾ ਤੋਂ ਇਸ ਤਰ੍ਹਾਂ ਦੇ ਬਿਆਨ ਦੀ ਉਮੀਦ ਰੱਖਦੇ? ਦੇਖੋ 25 ਤੋਂ ਨਹੀਂ, 50 ਸਾਲ ਹੋ ਗਏ ਉਹਨਾਂ ਨੂੰ ਇਸ ਜਿਹੜੀ ਆਪਾਂ ਜੇ ਗੱਲ ਕਰਦੇ ਰਾਜਨੀਤੀ ਦੇ ਵਿੱਚ, ਸਿਆਸਤ ਦੇ ਵਿੱਚ, ਤੇ 25 ਸਾਲ ਤਾਂ ਉਹ ਮੁੱਖ ਮੰਤਰੀ ਵੀ ਰਹੇ ਨੇ, ਮਤਲਬ ਪੰਜ ਵਾਰੀ ਉਹ ਮੁੱਖ ਮੰਤਰੀ ਵੀ ਬਣੇ ਹੈਗੇ ਨੇ। ਤੇ ਜੇਕਰ ਉਹ ਗੱਲ ਕੀਤੀ, ਹੁਣ ਮੈਨੂੰ ਉਹ ਯਾਦ ਆ, ਉਹ ਵੀਡੀਓ ਮੈਂ ਵੀ ਦੇਖੀ ਹੈਗੀ ਆ, ਉਹਨਾਂ ਦੀ ਜਿਹੜੇ ਪ੍ਰੈਸ ਕਾਨਫਰੰਸ ਜਿਹੜੀ ਚੱਲ ਰਹੀ ਸੀ, ਪੱਤਰਕਾਰ ਜਿਹੜੇ ਉਹਨਾਂ ਨੂੰ ਸਵਾਲ ਕਰ ਰਹੇ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ, ਤੇ ਉਹਦੇ 'ਚ ਪੱਤਰਕਾਰ ਨੇ ਸਵਾਲ ਕੀਤਾ ਸੀਗਾ ਵੀ ਚੰਡੀਗੜ੍ਹ ਦੇ ਵਿੱਚ ਆ ਕਰਕੇ ਜਿਹੜਾ ਪੰਜਾਬ ਦੇ ਨਾਲ ਧੱਕਾ ਹੋਇਆ, ਤੇ ਉਹਨਾਂ ਨੇ ਉਸ ਮਸਲੇ ਨੂੰ ਲੈ ਕੇ ਉਹਦਾ ਇਹ ਜਵਾਬ ਦਿੱਤਾ ਸੀਗਾ ਕਿ ਕਈ ਵਾਰ ਲੋਕੀ ਜਿਹੜੇ ਨੇ ਉਹਨਾਂ ਨੂੰ ਝੂਠੇ ਵਾਅਦੇ ਕਰਕੇ ਜਿਹੜਾ ਸੀ ਉਹਨਾਂ ਨੂੰ ਵੋਟਾਂ ਪੈ ਜਾਂਦੀਆਂ ਨੇ, ਤੇ ਉਹ ਫਿਰ ਅਸੀਂ ਨਾ ਕਦੇ ਝੂਠ ਬੋਲਿਆ ਤੇ ਨਾ ਕਦੇ ਹੋਇਆ, ਤੇ ਫਿਰ ਇਹ ਹੁਣ ਭੁਗਤਣਾ ਪੈਂਦਾ। ਹੁਣ ਇਹ ਸ਼ਾਇਦ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣੀ ਸ਼ਾਇਦ ਇਹ ਭੁੱਲ ਗਏ ਹੁਣ ਕਿ ਇਹ ਗੱਲ ਹੋ ਰਹੀ ਹੈ ਕੇਂਦਰ ਸਰਕਾਰ ਦੇ ਫੈਸਲੇ ਦੇ ਵਿਰੁੱਧ, ਕਿਉਂਕਿ ਇਹ ਫੈਸਲਾ ਜਿਹੜਾ ਕੇਂਦਰ ਸਰਕਾਰ ਨੇ ਲਿਆ ਚੰਡੀਗੜ੍ਹ ਦੇ ਵਿੱਚ, ਵੀ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਸੰਬੰਧ ਵਿੱਚ ਜਿਹੜਾ, ਤੇ ਜਦੋਂ ਕੇਂਦਰ ਸਰਕਾਰ ਦੇ ਸੰਬੰਧ ਵਿੱਚ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਕੀਤਾ ਵੀ ਵੋਟਾਂ ਪਾਈਆਂ ਤੇ ਭੁਗਤਣਾ ਪਏਗਾ। ਤਾਂ ਇਹਦਾ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਦੇ ਵਿਰੁੱਧ ਬੋਲਿਆ ਗਿਆ, ਤੇ ਜੇ ਕੇਂਦਰ ਸਰਕਾਰ ਦੇ ਵਿਰੁੱਧ ਬੋਲਿਆ ਗਿਆ ਤਾਂ ਵੋਟਾਂ ਜਦੋਂ ਕੇਂਦਰ ਸਰਕਾਰ ਦੀਆਂ ਚੋਣਾਂ ਹੋ ਰਹੀਆਂ ਸੀ, ਕੇਂਦਰੀ ਜਿਹੜੀ ਸਰਕਾਰ ਦੀ ਚੋਣ ਹੋਣੀ ਸੀਗੀ, ਉਹਦੇ ਲਈ MP ਦੀ ਜਿਹੜੀਆਂ ਵੋਟਾਂ ਪਈਆਂ ਸੀਗੀਆਂ, ਤਾਂ ਉਸ ਵੇਲੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜੀ ਉਹ ਭਾਈਵਾਲ ਪਾਰਟੀ ਸੀਗੀ, ਤੇ ਲੋਕਾਂ ਨੇ ਤਾਂ ਜਿਹੜੀਆਂ ਵੋਟਾਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਗੱਠਜੋੜ ਨੂੰ ਪਾਈਆਂ ਸੀ ਨਾ। ਤੇ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਵੋਟਾਂ ਬਾਦਲਾਂ ਹੋਣਾ ਨੂੰ ਵੀ ਪਈਆਂ, ਤੇ ਜੇ ਉਹ ਕਹਿੰਦੇ ਨੇ ਵੀ ਭੁਗਤੋ, ਤਾਂ ਇਹਦਾ ਮਤਲਬ ਤਾਂ ਤੁਹਾਨੂੰ ਵੋਟਾਂ ਪਾਈਆਂ ਨੇ, ਤੁਹਾਨੂੰ ਵੋਟਾਂ ਪਾ ਕੇ ਭੁਗਤ ਰਹੇ ਨਾ। ਉਹਦਾ ਫਿਰ ਇਹ ਸ਼ਾਇਦ ਉਹਨਾਂ ਨੂੰ ਆਪਣੇ ਇਹ ਬਿਆਨ ਨੂੰ ਥੋੜਾ ਜਿਹਾ ਜਾਂ ਤਾਂ ਉਹ ਸਮਝ ਨਹੀਂ ਪਾਏ, ਤੇ ਜਾਂ ਫਿਰ ਉਹਨਾਂ ਨੂੰ ਸਮਝਣ ਦੀ ਲੋੜ ਆ ਵੀ ਇਹ ਕੀ ਪੁੱਛਿਆ ਗਿਆ ਸੀਗਾ, ਕੀ ਨਹੀਂ ਪੁੱਛਿਆ ਗਿਆ, ਕਿ ਕੋਈ ਇਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਮਨਾਂ ਵਿੱਚ ਹੁਣ ਇਹ ਸਵਾਲ ਉੱਠ ਗਿਆ ਕਿ ਕੀ ਅਸੀਂ ਤੁਹਾਨੂੰ ਵੋਟਾਂ ਪਾ ਕੇ ਭੁਗਤਾਂਗੇ ਹੁਣ ਜੀ। ਤੇ ਦੂਜੀ ਗੱਲ ਇਹ ਹੈ ਕਿ ਜਨਤਾ ਦਾ ਫੈਸਲਾ, ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਜਨਤਾ ਦੇ ਫਤਵੇ ਦਾ ਜਿਹੜਾ ਸਤਿਕਾਰ ਕਰਨਾ ਬਣਦਾ, ਇਹ ਨਹੀਂ ਹੁੰਦਾ ਕਿ ਤੁਸੀਂ ਭੁਗਤੋ। ਜਨਤਾ ਨੇ ਜੇ ਕੋਈ ਫਤਵਾ ਦਿੱਤਾ ਹੈਗਾ ਤਾਂ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਤੇ ਉਹ ਆਪਣੀਆਂ ਗਲਤੀਆਂ ਨੂੰ ਜਿਹੜਾ ਉਹ ਕਰਨਾ ਚਾਹੀਦਾ, ਉਹਦੀ ਪੜਚੋਲ ਕਰਨੀ ਚਾਹੀਦੀ ਹੈ ਵੀ ਅਸੀਂ ਕਿੱਥੇ ਗਲਤ ਰਹਿ ਗਏ, ਨਾ ਕਿ ਤੁਸੀਂ ਇਹ ਜਨਤਾ ਨੂੰ ਮਿਹਣਾ ਮਾਰੋ ਕਿ ਤੁਸੀਂ ਭੁਗਤੋ। ਤੇ ਜਿਹੜੇ ਪਿਛਲੇ ਸਾਲਾਂ ਦੇ ਦੌਰਾਨ ਤੁਹਾਡੇ ਕੋਲ ਗਲਤ ਫੈਸਲੇ ਹੋਏ, ਫਿਰ ਉਹਨਾਂ ਨੇ ਜਿਹੜਾ ਪਹਿਲਾਂ ਭੁਗਤ ਲਿਆ, ਫਿਰ ਉਹ ਹੁਣ ਤੁਹਾਨੂੰ ਦੁਬਾਰਾ ਵੋਟਾਂ ਨਾ ਪਾਉਣ।
ਜੀ ਇੱਥੇ ਗੱਲ ਕਰ ਲਈਏ ਖੁੱਡੀਆਂ ਹੋਣਾ ਦੀ, ਜਿਨ੍ਹਾਂ ਨੇ ਇਹਨਾਂ ਨੂੰ ਲੰਬੀ ਤੋਂ ਹਰਾਇਆ। ਉਹਨਾਂ ਨੇ ਕਿਹਾ ਸੀ, ਕਹਿੰਦੇ ਸਾਨੂੰ ਕਹਿੰਦੇ ਸੋਰਸਿਸ ਤੋਂ ਪਤਾ ਲੱਗਿਆ ਕਿ ਜਦੋਂ ਵੋਟਾਂ ਤੋਂ ਪਹਿਲਾਂ ਇੱਕ ਦਿਨ ਬਾਦਲ ਸਾਹਿਬ ਦੀ ਮੀਟਿੰਗ ਚੱਲ ਰਹੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾਵਾਂ ਨਾਲ, ਬਾਦਲ ਸਾਹਿਬ ਨੇ ਕਹਿੰਦੇ ਉੱਠਦੇ ਉੱਠਦੇ ਇਹ ਗੱਲ ਕਹੀ ਸੀ। ਬਾਦਲ ਸਾਹਿਬ ਨੂੰ ਕਿਹਾ ਜਾ ਰਿਹਾ ਸੀ, ਕੋਈ ਕਹਿੰਦਾ ਸੀ 15,000 ਤੇ ਜਿੱਤੋਗੇ, ਕੋਈ ਕਹਿੰਦਾ ਸੀ 20,000 ਤੇ ਜਿੱਤੋਗੇ। ਉਹਨਾਂ ਨੇ ਕਿਹਾ, ਖੁੱਡੀਆਂ ਸਾਹਿਬ ਨੇ ਕਿਹਾ ਉੱਠਦੇ ਉੱਠਦੇ, ਕਹਿੰਦੇ ਬਾਦਲ ਸਾਹਿਬ ਇਹ ਕਹਿ ਗਏ ਸੀ ਵੀ ਤੁਸੀਂ ਮੇਰੇ ਨਾਲ ਮਾੜੀ ਕੀਤੀ ਹੈ ਇਸ ਵਾਰੀ, ਐਵੇਂ ਨਹੀਂ ਸੀ ਕਰਨੀ। ਚਲੋ ਸ਼੍ਰੋਮਣੀ ਅਕਾਲੀ ਦਲ ਤੋਂ ਅੱਗੇ ਵਧਦੇ ਆ ਜਾਂਦੇ ਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ। ਉਹਨਾਂ ਨੂੰ ਪ੍ਰਧਾਨ ਹਜੇ ਤੱਕ ਨਹੀਂ ਮਿਲਿਆ। ਨਵਜੋਤ ਸਿੰਘ ਸਿੱਧੂ ਹੋਣਾ ਨੇ ਸ਼ਕਤੀ ਪ੍ਰਦਰਸ਼ਨ ਦਾ ਜਿਹੜਾ ਕੀਤਾ ਪਿੱਛੇ, ਤੇ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਹੋਣੀ ਦੀ ਗੱਲ ਕਰ ਲਈਏ ਜਾਂ ਸੁਖੀ ਰੰਧਾਵਾ ਹੋਣਾ ਦੀ ਗੱਲ ਕਰ ਲਈਏ, ਸਾਰੇ ਜਣੇ ਹੁਣ ਓਪੋਜੀਸ਼ਨ ਦੇ ਲੀਡਰ ਦੇ ਤੌਰ ਦੇ ਉੱਤੇ ਸਰਗਰਮ ਹੋਏ ਪਏ ਨੇ। ਤੇ ਇੱਥੇ ਇੱਕ ਜਿਹੜਾ ਲੀਡਰ ਹੈ ਨਹੀਂ ਜਿੱਤਿਆ, ਜਿਹਦੇ ਲੋਕਾਂ ਦੇ ਵਿੱਚ ਬੜਾ ਰੋਸ ਸੀ ਉਹਨਾਂ ਖਿਲਾਫ। ਸੋਸ਼ਲ ਮੀਡੀਆ ਦੀ ਗੱਲ ਕਰੀਏ, ਘੱਟੋ ਘੱਟ ਉੱਥੇ ਉਹਦੇ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਤੋਂ ਬੜੇ ਖੜਾਕੇਦਾਰ ਲੀਡਰ ਨੇ। ਇਹਨਾਂ ਨੇ ਇੱਕ ਬੜਾ ਅਜੀਬੋ-ਗਰੀਬ ਬਿਆਨ ਅੱਜ ਦੇ ਦਿੱਤਾ ਹੈ। ਇਹਨਾਂ ਨੂੰ 70-75 ਪੈਨਸ਼ਨ ਮਿਲਦੀ ਹੈ ਇੱਕ ਵਾਰ ਦੀ, ਜਿਹੜਾ ਵੀ MLA ਹੈ। ਇਹਨਾਂ ਨੇ ਕਿਹਾ, ਕਹਿੰਦੇ ਜੀ ਫਿਰ ਲੋਕ ਜੇ ਸਾਨੂੰ ਜਦੋਂ ਪੱਤਰਕਾਰ ਭਾਈਚਾਰੇ ਚੋਂ ਆਪਣੀ ਚੋਂ ਪੁੱਛਿਆ ਕਿਸੇ ਨੇ, ਕਹਿੰਦੇ ਵੀ ਤੁਸੀਂ ਜਿਹੜਾ ਪੈਨਸ਼ਨ ਭਗਵੰਤ ਮਾਨ ਉਹਨਾਂ ਨੇ ਘਟਾਈ ਹੈ ਉਹਨੂੰ ਕਿਵੇਂ ਦੇਖਦੇ ਹੋ। ਇਹਨਾਂ ਦਾ ਕਹਿਣਾ ਸੀ, ਕਹਿੰਦੇ ਜੇ ਫਿਰ ਲੋਕ ਸਾਨੂੰ ਫਟੇ ਪੁਰਾਣੇ ਕੱਪੜਿਆਂ 'ਚ ਦੇਖਣ ਜਾਂਦੇ ਨੇ, ਕਹਿੰਦੇ ਸਾਨੂੰ ਪ੍ਰਵਾਹ ਹੈ। ਦੇਖੋ ਇੱਕ ਚੀਜ਼ ਮੈਂ ਇੱਥੇ ਫੇਰ ਕਲੀਅਰ ਕਰਦਾ, ਕਿਉਂਕਿ ਜਦੋਂ ਇਹ ਮਸਲਾ ਪਿਛਲੇ ਸਮੇਂ ਦੇ ਦੌਰਾਨ ਉਹ ਮੀਡੀਆ ਦੇ ਵਿੱਚ ਸੁਰਖੀਆਂ ਬਣਿਆ ਸੀਗਾ ਕਿ 100 ਕਰੋੜ ਰੁਪਏ ਦੇ ਲਗਭਗ ਜਿਹੜਾ ਹੈ ਸਾਬਕਾ ਵਿਧਾਇਕਾਂ ਨੂੰ ਜਿਹੜੀਆਂ ਪੈਨਸ਼ਨਾਂ ਫਾਲਤੂ ਗਈਆਂ ਨੇ ਤੇ ਘਪਲਾ ਹੋਇਆ ਵੱਡਾ, ਤੇ ਉਹਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਈ ਸੀ ਚੀਜ਼ ਕਿ ਜਿਹੜਾ ਸੀਗਾ 75,150 ਰੁਪਈਆ ਜਿਹੜਾ ਉਹਨਾਂ ਨੂੰ ਪੈਨਸ਼ਨ ਜਿਹੜੀ ਉਹਦੀ ਬਣਦੀ ਸੀ, ਤੇ ਉਹ ਫਾਲਤੂ ਜਾਂਦੀਆਂ ਰਹੀਆਂ ਉਹਨਾਂ ਨੂੰ ਪੈਨਸ਼ਨ। ਤੇ ਉਦੋਂ ਫਿਰ ਭਗਵੰਤ ਮਾਨ ਹੋਣਾ ਉਦੋਂ ਇਹ ਗੱਲ ਕੀਤੀ ਸੀ ਵੀ ਦਿੱਲੀ ਦੇ ਵਿਧਾਇਕਾਂ ਨੂੰ ਵੀ, ਜਿਹੜੇ ਵਿਰੋਧੀਆਂ ਨੇ ਇਹ ਗੱਲ ਕੀਤੀ ਵੀ ਦਿੱਲੀ ਦੇ ਵਿਧਾਇਕਾਂ ਨੂੰ ਵੀ ਜਿਹੜੇ ਦੇਖੋ ਜੀ ਕਿੰਨੀਆਂ ਕਿੰਨੀਆਂ ਪੈਨਸ਼ਨਾਂ ਜਾ ਰਹੀਆਂ ਨੇ। ਤੇ ਭਗਵੰਤ ਮਾਨ ਉਹਨਾਂ ਨੇ ਇਹ ਸਾਫ਼ ਕੀਤਾ ਸੀ ਆਪਣੀ ਉਹਦੇ ਵਿੱਚ ਇੱਕ ਵੀਡੀਓ ਦੇ ਵਿੱਚ, ਇੱਕ ਜਗ੍ਹਾ ਬੋਲਦਿਆਂ ਉਹਨਾਂ ਨੇ ਕਿਹਾ ਸੀਗਾ ਕਿ ਦਿੱਲੀ ਦੇ ਜਿਹੜੇ ਮੰਤਰੀ ਨੇ ਜਾਂ ਦਿੱਲੀ ਦੇ ਵਿਧਾਇਕ ਨੇ, ਉਹਨਾਂ ਨੂੰ ਜਿਹੜੀ ਆ ਉਹ ਪੈਨਸ਼ਨ ਜਿਹੜੀ ਆ ਉਹ 70-72,000 ਰੁਪਏ ਉਹਨਾਂ ਨੂੰ ਜਿਹੜੀ ਆ ਤਨਖਾਹ ਮਿਲਦੀ ਹੈ। ਤੇ ਜਦੋਂ ਉਹ ਰਿਟਾਇਰ ਹੋ ਜਾਂਦੇ ਨੇ 12,000 ਰੁਪਏ ਉਹਨਾਂ ਦੀ ਬੇਸਿਕ ਹੈਗੀ ਆ, 70-72,000 ਰੁਪਏ ਉਹਨਾਂ ਦੇ ਮਹਿੰਗਾਈ ਭੱਤੇ ਪੁੱਤੇ ਸਾਰਾ ਕੁਝ ਮਿਲਾ ਕੇ ਜਿਹੜੀ ਉਹਨਾਂ ਨੂੰ ਤਨਖਾਹ ਮਿਲਦੀ ਹੈਗੀ ਆ। ਤੇ ਜਦੋਂ ਉਹ ਰਿਟਾਇਰ ਹੋ ਜਾਂਦੇ ਨੇ ਤਾਂ ਉਹਨਾਂ ਦੀ ਤਨਖਾਹ ਜਿਹੜਾ ਪੈਨਸ਼ਨ ਹੈ ਉਹ 7200 ਰੁਪਏ ਰਹਿ ਜਾਂਦੀ ਹੈ। ਹੁਣ ਜੇਕਰ ਦਿੱਲੀ ਦੇ ਵਿਧਾਇਕ 7200 ਰੁਪਏ ਪੈਨਸ਼ਨ ਲੈ ਕੇ ਉੱਥੇ ਗੁਜ਼ਾਰਾ ਕਰ ਸਕਦੇ ਨੇ, ਤੇ ਇਹ ਤੇ ਫਿਰ ਹਲੇ 75,000 ਰੁਪਈਆ 75,150 ਰੁਪਈਆ ਉਹਨਾਂ ਨੂੰ ਮਿਲ ਰਿਹਾ। ਇੱਕ ਨੰਬਰ 2 ਦੇ ਉੱਤੇ ਭਗਵੰਤ ਮਾਨ ਉਹਨਾਂ ਨੇ ਫਿਰ ਇੱਕ ਸਵਾਲ ਪੁੱਛਿਆ ਸੀ ਉਹਦੇ 'ਚ ਪਬਲਿਕਲੀ ਕਿ ਤੁਹਾਨੂੰ ਕਿਸੇ ਨੇ ਕਾਰਡ ਭੇਜ ਕੇ ਇਹ ਕਿਹਾ ਸੀਗਾ ਵੀ ਤੁਸੀਂ ਆ ਕੇ ਤੇ ਚੋਣਾਂ ਲੜੋ, ਤੁਸੀਂ ਆਪਦੇ ਕੁਝ ਕਾਰੋਬਾਰ ਕਰੀ ਚੱਲੋ। ਨਾਲੇ ਤਾਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਰਾਜ ਨਹੀਂ ਸੇਵਾ ਹੈ, ਤੇ ਜੇ ਸੇਵਾ ਹੈਗਾ ਤਾਂ ਫਿਰ ਤੁਸੀਂ ਕਿਉਂ ਕਹਿੰਦੇ ਹੋ ਇਹ ਗੱਲਾਂ। ਫਿਰ ਤੀਜੀ ਗੱਲ ਕਿ ਜੇਕਰ ਫਟੇ ਪੁਰਾਣੇ ਕੱਪੜਿਆਂ ਦੀ ਗੱਲ ਕਰੋਗੇ, ਤੇ ਜੇ 75,150 ਰੁਪਏ ਲੈਣ ਵਾਲਾ ਬੰਦਾ ਵੀ ਫਟੇ ਪੁਰਾਣੇ ਕੱਪੜੇ ਲੈ ਕੇ ਤੁਰਿਆ ਫਿਰਦਾ, ਤਾਂ ਫਿਰ ਜਿਹੜੇ ਮੁਲਾਜ਼ਮ ਨੇ ਉਹ ਆਪਣੀਆਂ ਤਨਖਾਹਾਂ ਵਧਾਉਣ ਦਾ ਰੌਲਾ ਪਾ ਰਹੇ ਨੇ, ਉਹ ਕੱਚੇ ਮੁਲਾਜ਼ਮ ਜਿਨ੍ਹਾਂ ਨੂੰ 10,000 ਰੁਪਇਆ ਤੁਸੀਂ ਦੇ ਰਹੇ ਹੋ, ਫਿਰ ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ? ਕੀ ਉਹ ਭੀਖ ਮੰਗਣ? 2004 ਤੋਂ ਬਾਅਦ ਦੀ ਗੱਲ ਤਾਂ ਐ ਚੱਲਦੀ ਹੈ ਨਾ ਕਿ ਪੈਨਸ਼ਨ ਵੀ ਇਹਨਾਂ ਨੇ ਸਰਕਾਰੀ ਹਟਾ ਦਿੱਤੀ ਹੈ। ਉਹ ਬੜੀਆਂ ਸਕੀਮਾਂ ਜੀਆਂ ਪਾਤੇ ਵੀ ਇੰਨੇ ਕੁ ਪੈਸੇ ਤੁਸੀਂ ਪਾ ਲਓ, ਇੰਨੇ ਕੁ ਅਸੀਂ ਪਾ ਲੈਂਦੇ ਆ। ਉਹ ਵੀ ਬੜਾ ਉਹਨਾਂ ਦੀਆਂ ਪੈਨਸ਼ਨਾਂ ਵੀ ਹਟਾ ਦਿੱਤੀਆਂ, ਮੁਲਾਜ਼ਮਾਂ ਦੀਆਂ ਪੈਨਸ਼ਨਾਂ ਵੀ ਹਟਾ ਦਿੱਤੀਆਂ ਗਈਆਂ। ਮੁਲਾਜ਼ਮਾਂ ਨੂੰ ਜਿਹੜੀਆਂ ਤਨਖਾਹਾਂ ਵੀ 10,000 ਰੁਪਇਆ ਦਿੱਤੀਆਂ। ਜੇਕਰ ਆਪਾਂ ਕੁੱਲ ਕੈਪੀਟਲ ਇਨਕਮ ਦੀ ਗੱਲ ਕਰੀਏ ਪੰਜਾਬੀ ਦੀ, ਤਾਂ ਉਹ 10,000 ਰੁਪਇਆ ਬਣਦੀ ਹੈਗੀ ਹੈ। ਤੇ ਜੇ ਪੰਜਾਬੀ 10,000 ਰੁਪਏ ਦੇ ਵਿੱਚ ਗੁਜ਼ਾਰਾ ਕਰ ਸਕਦੇ ਨੇ, ਪਰ ਕੈਪੀਟਲ ਇਨਕਮ ਜਿਹੜੀ ਆ ਉਹ 10,000 ਰੁਪਏ ਹੈ ਪੰਜਾਬੀਆਂ ਦੀ। ਤੇ ਜੇਕਰ ਪੰਜਾਬੀ ਜਿਹੜੇ ਨੇ ਉਹ 10,000 ਰੁਪਏ ਦੇ ਵਿੱਚ ਗੁਜ਼ਾਰਾ ਕਰ ਸਕਦੇ ਨੇ, ਤੇ ਫਿਰ ਤੁਸੀਂ 70-75,000 ਰੁਪਏ ਲੈ ਕੇ ਵੀ ਜੇ ਤੁਸੀਂ ਪਾਟੇ ਪੁਰਾਣੇ ਕੱਪੜਿਆਂ ਦੀ ਗੱਲ ਕਰਦੇ ਹੋ, ਤਾਂ ਫਿਰ ਮੈਨੂੰ ਲੱਗਦਾ ਵੀ ਤੁਹਾਡੇ ਤੋਂ ਵੱਡਾ ਗਰੀਬ ਕੋਈ ਹੋ ਨਹੀਂ ਸਕਦਾ। ਤੇ ਫਿਰ ਦੂਜੀ ਗੱਲ ਇਹ ਹੈ ਕਿ ਮੈਨੂੰ ਕੋਈ ਵੀ ਇੱਕ ਬੰਦਾ ਇਹਨਾਂ ਵਿੱਚੋਂ ਇਹ ਦੱਸ ਦੇਵੇ ਕਿ ਜਿਹਨੇ ਆਪਣੇ ਆਪ ਲਿਖ ਕੇ ਚੋਣ ਅਧਿਕਾਰੀਆਂ ਨੂੰ ਨਾ ਦਿੱਤਾ ਹੋਵੇ ਵੀ ਸਾਡੀ ਇੰਨੇ ਕਰੋੜਾਂ ਦੀ ਜਾਇਦਾਦ ਹੈਗੀ ਹੈ। ਤੇ ਜੇ ਭਾਰਤ ਭੂਸ਼ਣ ਆਸ਼ੂ ਵਰਗੇ ਦੀਆਂ ਵੀ ਜੇਕਰ ਆਪਾਂ ਉਹ ਜਾਇਦਾਦ ਦੀ ਬਾਰੇ ਗੱਲ ਕਰਕੇ ਦੇਖੀਏ, ਤਾਂ ਉਹ ਵੀ ਜਿਹੜੀ ਆ ਉਹ ਕਰੋੜਾਂ ਰੁਪਏ ਦੇ ਵਿੱਚ ਸ਼ਾਇਦ ਨਿਕਲ ਆਵੇਗੀ, ਜਿਹੜੀ ਉਹਨਾਂ ਨੂੰ ਦਿੱਤੀ ਹੋ ਸਕਦੀ ਹੈ, ਡਿਕਲੇਅਰ ਕਰਦੇ। ਮੈਨੂੰ ਇਹਦੇ ਬਾਰੇ ਕੋਈ ਪੱਕਾ ਨੌਲੇਜ ਨਹੀਂ ਹੈਗੀ, ਲੇਕਿਨ ਹਰੇਕ ਵਿਧਾਇਕ ਦੀ ਜਿਹੜੀ ਆ ਉਹ ਜਦੋਂ ਉਹਨੇ ਦਿੰਦੇ ਨੇ ਤਾਂ ਉਹ ਕਰੋੜਾਂ ਰੁਪਏ ਦੇ ਵਿੱਚ ਜਿਹੜੀ ਤਕਰੀਬਨ ਜ਼ਿਆਦਾਤਰ ਜਿਹੜੀ ਆ ਕਰੋੜਾਂ ਰੁਪਏ ਦੇ ਵਿੱਚ ਉਹਨਾਂ ਦੀ ਜਾਇਦਾਦਾਂ ਨੇ। ਤੇ ਜੇ ਉਹ ਕਰੋੜਾਂ ਰੁਪਏ ਦੀ ਜਾਇਦਾਦਾਂ ਦੇ ਹੋਣ ਦੇ ਬਾਵਜੂਦ ਵੀ ਜੇ ਉਹ ਪਾਟੇ ਪੁਰਾਣੇ ਕੱਪੜਿਆਂ ਦੀ ਗੱਲ ਕਰ ਰਹੇ ਨੇ ਵੀ ਸਾਨੂੰ ਜਿਹੜੇ ਪੈਨਸ਼ਨ ਘੱਟ ਮਿਲੇਗੀ, ਸਾਨੂੰ ਪਾਟੇ ਪੁਰਾਣੇ ਕੱਪੜਿਆਂ 'ਚ ਰਹਿਣਾ ਪਏਗਾ, ਤਾਂ ਫਿਰ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਅਮੀਰ, ਇਸ ਤੋਂ ਗਰੀਬ ਜਿਹੜੇ ਨੇ ਉਹ ਪਾਟੇ ਪੁਰਾਣੇ ਕੱਪੜਿਆਂ ਵਾਲੇ ਜਿਹੜੇ ਨੇ ਉਹ ਹਿੰਦੁਸਤਾਨ 'ਚ ਹੋਣਗੇ। ਕਿਉਂਕਿ ਫਿਰ ਇਹਦਾ ਮਤਲਬ ਇਹ ਹੈ ਕਿ ਹਿੰਦੁਸਤਾਨ ਸੋਨੇ ਦੀ ਚਿੜੀ ਬਣ ਗਿਆ। ਜੇ ਪਾਟੇ ਪੁਰਾਣੇ ਕੱਪੜਿਆਂ ਵਾਲੇ ਵੀ ਜਿਹੜੇ ਨੇ ਉਹ 75,000 ਰੁਪਏ ਪੈਨਸ਼ਨ ਲੈ ਰਹੇ ਨੇ, ਤਾਂ ਫਿਰ ਜਿਹੜੇ
ਕੋਟ ਪੈਂਟ ਪਾਈ ਫਿਰਦੇ ਹੋਣਗੇ ਉਹਨਾਂ ਨੂੰ ਤਾਂ ਫਿਰ ਕਰੋੜਾਂ ਰੁਪਏ 'ਚ ਮਿਲਦੀ ਹੋਏਗੀ। ਉਹ ਰਾਜ ਕਪੂਰ ਦੀ ਫਿਲਮਾਂ ਵਾਲਾ ਇੱਕ ਸੀਨ ਜਿਹਾ ਯਾਦ ਆ ਜਾਂਦਾ ਜਿੱਥੇ ਪਹਿਲਾਂ ਸ਼ੁਰੂ ਹੁੰਦੀਆਂ ਸੀ ਕਿ ਇੱਕ ਨੰਗਾ ਬੱਚਾ ਫਿਰਦਾ ਹੁੰਦਾ, ਉਹ ਮੈਨੂੰ ਲੱਗਦਾ ਉਹ ਪੰਜਾਬੀ ਮੁਲਾਜ਼ਮ ਹੋਣੇ ਫਿਰ ਜਿਹੜੇ 10,000 ਚ ਕਮਾਉਂਦੇ ਨੇ, ਫਟੇ ਪੁਰਾਣੇ ਕੱਪੜਿਆਂ ਵਾਲੇ 75,000 ਤੇ ਨੇ। ਜਾਂਦੇ ਜਾਂਦੇ ਕੋਲੋਂ ਜੀ ਗੱਲ ਕਰ ਲਾਂਗੇ ਸਪੀਕਰ ਸਾਹਿਬ ਦੀ, ਆਪਣੇ ਸੰਧਵਾ ਸਾਹਿਬ ਉਹਨਾਂ ਨੇ ਉਹ ਪਿੱਛੇ ਜਿਹੇ ਜਾ ਕੇ ਉੱਥੇ ਹਰਿਮੰਦਰ ਸਾਹਿਬ ਤੇ ਉਹਨਾਂ ਨੇ ਆਪਣਾ ਜਿਹੜਾ ਮਾਫੀਨਾਮਾ ਉਹ ਦਿੱਤਾ, ਕਹਿੰਦੇ ਕਿਸੇ ਪੁਜਾਰੀ ਨੇ ਕਹਿੰਦੇ ਗਲਤੀ ਨਾਲ ਮੇਰੀ ਦਸਤਾਰ ਦੇ ਉੱਪਰ ਲਗਾ ਦਿੱਤੀ ਪੂੰਛ ਗਊ ਦੀ, ਤੇ ਸਤਿਕਾਰ ਹਰ ਧਰਮ ਦਾ ਕਹਿੰਦੇ, ਪਰ ਅਸੀਂ ਆਪਣੇ ਪੰਥ ਤੋਂ ਕਿਤੇ ਦੂਰ ਨਹੀਂ ਹੈਗੇ। ਕਹਿੰਦੇ ਮੈਂ ਇਸ ਚੀਜ਼ ਦੀ ਮਾਫੀ ਮੰਗਦਾ, ਜੇ ਪੰਥ ਦਾ ਮੈਂ ਦੋਖੀ ਹਾਂ ਤਾਂ ਗੁਰੂ ਕਹਿੰਦੇ ਬਖਸ਼ਣਾ ਆ ਰਿਹਾ ਤੇ ਉਹ ਸਾਨੂੰ ਬਖਸ਼ ਦੂਗਾ। ਤੇ ਪਰ ਜੇ ਗੱਲ ਕਰੀਏ ਇੱਥੇ ਨਿੱਜੀ ਸਕੱਤਰ ਦੀ ਸਰਦਾਰ ਸਾਹਿਬ ਦੀ, ਤੇ ਉਹਨਾਂ ਨੇ ਅੱਗੋਂ ਗਿਆਨੀ ਜਸਪਾਲ ਸਿੰਘ ਜੀ ਨੇ ਇਹਨਾਂ ਦਾ ਕਹਿਣਾ ਜੀ ਕਿ ਹਜੇ ਤੱਕ ਤਾਂ ਸਾਡੇ ਕੋਲ ਕੋਈ ਉਹਨਾਂ ਦਾ ਪੱਤਰ ਹੈ ਜਿਹੜਾ ਉਹ ਪਹੁੰਚਿਆ ਨਹੀਂ ਸਪੀਕਰ ਸਾਹਿਬ ਦਾ, ਉਹ ਜਦੋਂ ਪਹੁੰਚ ਜੂਗਾ ਅਸੀਂ ਉਦੋਂ ਅਗਲੀ ਕਾਰਵਾਈ ਕਰਾਂਗੇ। ਇਹ ਖਬਰ ਦਾ ਕੀ ਮਾਮਲਾ ਪੂਰਾ? ਦੇਖੋ ਇੱਦਾਂ ਹੈ ਕਿ ਜਿਹੜਾ ਕੁਲਤਾਰ ਸਿੰਘ ਸੰਧਵਾ ਹੋਣੀ ਨੇ ਜਦੋਂ ਜਿੱਤ ਹਾਸਲ ਕੀਤੀ, ਉਸ ਤੋਂ ਬਾਅਦ ਉਹ ਸਾਰੇ ਧਰਮਾਂ ਦੇ ਸਤਿਕਾਰ ਵਜੋਂ ਜਿਹੜੇ ਸੀ ਉਹ ਮਤਲਬ ਉਹਨਾਂ ਨੇ ਆਪਣਾ ਜੋ ਕੁਝ ਵੀ ਕਰਦੇ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੇ ਕੀਤਾ। ਤੇ ਉਸ ਦੌਰਾਨ ਜਿਹੜਾ ਸੀਗਾ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਹਦੇ ਵਿੱਚ ਕੁਲਤਾਰ ਸਿੰਘ ਸੰਧਵਾ ਹੋਣਾ ਇੱਕ ਪੰਡਤ ਜੀ ਦੇ ਕੋਲ ਆਸ਼ੀਰਵਾਦ ਲੈ ਰਹੇ ਨੇ, ਤੇ ਪੰਡਤ ਜੀ ਜਿਹੜੇ ਨੇ ਉਹ ਕੋਲ ਖੜੀ ਗਊ ਮਾਤਾ ਦੇ ਜਿਹੜਾ ਉਹਦੀ ਪੂੰਛ ਲੈ ਕੇ ਉਹਨਾਂ ਦੀ ਦਸਤਾਰ ਦੇ ਉੱਤੇ ਆਸ਼ੀਰਵਾਦ ਵਜੋਂ ਮਾਰਦੇ ਨੇ। ਤੇ ਇਹਨੂੰ ਵੱਡੇ ਪੱਧਰ ਦੇ ਉੱਤੇ ਇਸ ਨੂੰ ਇਹ ਕਹਿ ਕੇ ਪ੍ਰਚਾਰਿਆ ਗਿਆ ਕਿ ਦਸਤਾਰ ਦੇ ਉੱਤੇ ਪੂੰਛ ਲਾਉਣਾ ਜਿਹੜਾ ਦਸਤਾਰ ਦੀ ਜਿਹੜੀ ਹੈ ਬੇਅਦਬੀ ਹੋਈ ਹੈ। ਤੇ ਹੁਣ ਇਹ ਚੀਜ਼ ਇਹ ਕਿ ਧਰਮ ਦੇ ਵਿਰੁੱਧ ਨਹੀਂ ਬੋਲਿਆਗਾ, ਹਿੰਦੂ ਧਰਮ ਦੇ ਵਿਰੁੱਧ ਨਹੀਂ ਬੋਲਿਆਗਾ, ਗਊ ਦੇ ਵਿਰੁੱਧ ਨਹੀਂ ਬੋਲਿਆਗਾ, ਲੇਕਿਨ ਜੋ ਦਸਤਾਰ ਦੇ ਉੱਤੇ ਪੂੰਛ ਲਗਾਈ ਗਈ ਹੈ ਉਸ ਨੂੰ ਉਹਨਾਂ ਨੇ ਦਸਤਾਰ ਦੀ ਬੇਅਦਬੀ ਕਹਿ ਕੇ ਕਰਾਰ ਦਿੱਤਾ ਹੈਗਾ। ਤੇ ਮੈਂ ਤੁਹਾਨੂੰ ਇੱਕ ਮਿੰਟ ਰੋਕੂੰਗਾ, ਜੇ ਆਪਾਂ ਕਹਿੰਦੇ ਆ ਵੀ ਹਿੰਦੂ ਧਰਮ ਜਾਂ ਸਿੱਖ ਧਰਮ ਦੇ ਖਿਲਾਫ ਕੋਈ ਗੱਲ ਨਹੀਂ ਹੈ, ਲక్ష్ਮੀ ਕਾਂਤਾ ਚਾਵਲਾ ਹੋਣੀ ਤਾਂ ਕਹਿੰਦੇ ਨੇ ਕਿ ਜੇ ਫਿਰ ਉਹ ਇਹਨੂੰ ਬੇਅਦਬੀ ਉਹ ਸਮਝਦੇ ਨੇ, ਕਹਿੰਦੇ ਨਾ ਫਿਰ ਅੱਗੇ ਤੋਂ ਕਿਸੇ ਗਊਸ਼ਾਲਾ 'ਚ ਜਾਣ ਤੇ ਨਾ ਤੇ ਗਊ ਦਾ ਦੁੱਧ ਪੀਣ। ਮੈਂ ਉਹੀ ਕਹਿ ਰਿਹਾ ਵੀ ਉਹ ਇਸ ਨੂੰ ਦੇਖੋ ਗੱਲ ਇਹ ਆ, ਉਹ ਇਸੇ ਕਰਕੇ ਤਾਂ ਲక్ష్ਮੀ ਕਾਂਤਾ ਚਾਵਲਾ ਦਾ ਬਿਆਨ ਆਇਆ ਨਾ, ਕਿਉਂਕਿ ਹੁਣ ਉੱਥੇ ਗੱਲ ਉਹੀ ਆ ਗਈ ਵੀ ਇਹ ਕਹਿੰਦੇ ਨੇ ਵੀ ਜਦੋਂ ਦੂਜੇ ਪਾਸੋਂ ਦਸਤਾਰ ਦੀ ਬੇਅਦਬੀ ਦਾ ਵਾਲਾ ਮਸਲਾ ਚੱਕਿਆ ਗਿਆ ਤਾਂ ਉਹ ਉੱਥੇ ਮਾਫੀ ਮੰਗਣ ਲਈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ। ਉੱਥੇ ਭਾਵੇਂ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਛੁੱਟੀ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਮਾਫੀਨਾਮਾ ਟੈਂਡਰ ਕੀਤਾ, ਤੇ ਉਹ ਕੱਲ ਜਿਹੜੀ ਇਤਵਾਰ ਹੋਣ ਕਰਕੇ ਛੁੱਟੀ ਸੀਗੀ, ਤੇ ਉਹ ਛੁੱਟੀ ਕਰਕੇ ਜਿਹੜਾ ਹਲੇ ਉਹ ਮਾਫੀਨਾਮਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪਹੁੰਚਿਆ ਨਹੀਂ। ਸਕੱਤਰ ਸਰਦਾਰ ਜਸਪਾਲ ਸਿੰਘ ਜਿਹੜੇ ਸੀਗੇ ਉਹਨਾਂ ਦੇ ਨਾਲ ਜਦੋਂ ਮੀਡੀਆ ਵਾਲਿਆਂ ਨੇ ਸੰਪਰਕ ਕੀਤਾ ਤਾਂ ਉਹਨਾਂ ਨੇ ਕਹਿ ਦਿੱਤਾ ਵੀ ਸਾਡੇ ਕੋਲੇ ਹਲੇ ਤੱਕ ਇਹ ਮਾਫੀਨਾਮਾ ਨਹੀਂ ਪਹੁੰਚਿਆ, ਤੇ ਅੱਗੇ ਚੱਲ ਕੇ ਜਦੋਂ ਫਿਰ ਇਹਦੇ 'ਤੇ ਕਾਰਵਾਈ ਕੀਤੀ ਜਾਏਗੀ। ਪਰ ਮੇਨ ਗੱਲ ਇਹ ਹੈ ਕਿ ਉਹਦੇ ਇਸ ਮਸਾਲੇ ਦੇ ਵਿੱਚੋਂ ਲక్ష్ਮੀ ਕਾਂਤਾ ਚਾਵਲਾ ਨੂੰ ਜ਼ਰੂਰ ਮਸਾਲਾ ਲੱਭ ਗਿਆ ਕਿ ਇਹ ਮਾਫੀ ਮੰਗੀ ਹੈ। ਫਿਰ ਤਾਂ ਇਹਦਾ ਮਤਲਬ ਇਹ ਹੈ ਕਿ ਇਹਦੇ ਨਾਲ ਜੇ ਗਊ ਦੀ ਪੂੰਛ ਨੂੰ ਲਗਾਉਣ ਦੇ ਨਾਲ ਜਿਹੜੇ ਬੇਅਦਬੀ ਹੋਈ ਆ ਤਾਂ ਫਿਰ ਉਹ ਗਊਸ਼ਾਲਾਵਾਂ 'ਚ ਨਾ ਜਾਣ ਤੇ ਨਾ ਹੀ ਜਿਹੜਾ ਉਹ ਗਊ ਮਾਤਾ ਦਾ ਜਿਹੜਾ ਉਹ ਦੁੱਧ ਪੀਣ। ਹੁਣ ਇਸ ਨੂੰ ਇਹ ਸਾਰੇ ਮਸਲੇ ਨੂੰ ਜਿਹੜੀ ਆ ਉਹ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਹੁਣ ਕੀ ਲੋਕ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਬੰਦ ਕਰ ਦੇਣ? ਮੇਨ ਸਵਾਲ ਇਹ ਹੈ, ਕਿਉਂਕਿ ਆਪਣੀ ਗੁਰਬਾਣੀ ਇਹ ਕਹਿੰਦੀ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ। ਹੁਣ ਗੁਰਬਾਣੀ ਨਹੀਂ ਕਹਿੰਦੀ, ਸਾਰੇ ਧਰਮਾਂ ਦੇ ਵਿੱਚ ਇੱਕ ਗੱਲ ਕੀ ਲਿਖੀ ਹੋਈ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ। ਤੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੇ ਆ ਤੁਸੀਂ ਸਾਰੇ ਧਰਮਾਂ ਦੀ ਜਿਹੜੀ ਆ ਬਾਣੀ ਹੈਗੀ ਉਹਦੇ ਵਿੱਚ, ਤੇ ਜੇਕਰ ਗੱਲ ਕਰੀਏ ਤਾਂ ਜੇਕਰ ਇਹਦੇ ਵਿੱਚੋਂ ਅਗਰ ਚੱਕ ਕੇ ਉਹ ਕੁਲਤਾਰ ਸਿੰਘ ਸੰਧਵਾ ਹੋਣੀ ਜੇਕਰ ਸਤਿਕਾਰ ਵਜੋਂ ਹਿੰਦੂ ਧਰਮਾਂ ਦੇ ਜਿਹੜੇ ਉਹਦੇ ਵਿੱਚੋਂ ਵੀ ਆਸ਼ੀਰਵਾਦ ਲੈਂਦੇ ਨੇ ਜਿਹੜੇ ਉਹਨਾਂ ਦੀ ਰੀਤੀ ਰਿਵਾਜ ਦੇ ਅਨੁਸਾਰ, ਤੇ ਉਹਦੇ ਵਿੱਚ ਜੇਕਰ ਉਹ ਪੂੰਛ ਦਸਤਾਰ ਤੇ ਲੰਘਦੀ ਹੈ ਤਾਂ ਉਹ ਦਸਤਾਰ ਦੇ ਲੈ ਕੇ ਤਾਂ ਇੱਕ ਵਿਵਾਦ ਖੜਾ ਹੋ ਮੰਨਿਆ ਜਾ ਸਕਦਾ, ਲੇਕਿਨ ਉਹਨੂੰ ਇਹ ਕਹਿ ਦਿੱਤਾ ਜਾਵੇ ਵੀ ਇਹ ਜਿਹੜਾ ਉਹ ਹਿੰਦੂ ਦੇ ਧਰਮ ਦੇ ਮੁਤਾਬਕ ਉਹਨਾਂ ਦੇ ਕੋਲੋਂ ਆਸ਼ੀਰਵਾਦ ਲੈਣ ਗਿਆ ਕੁਛ ਲਿਆਗਾ, ਇਹ ਇੱਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਮੇਰਾ ਲਾਸਟ ਸਵਾਲ ਤੁਹਾਨੂੰ ਇਹੀ ਹੈ ਕਿ ਇਹ ਉਹੀ ਐਸਜੀਪੀਸੀ ਹੈ ਜਿਹਨੇ ਡੇਰਾ ਸੱਚਾ ਸੌਦਾ ਵਾਲੇ ਜਿਹੜੇ ਸਾਧ ਨੇ ਉਹਨਾਂ ਨੂੰ ਫਿਰ ਮਾਫੀ ਦੇ ਦਿੱਤੀ ਸੀ? ਉਹਨੇ ਤਾਂ ਮਾਫੀ ਮੰਗੀ ਵੀ ਨਹੀਂ ਸੀ, ਉਹ ਅੱਜ ਵੀ ਨਹੀਂ ਮੰਗ ਰਿਹਾ। ਉਹ ਜੇਲ੍ਹ 'ਚ ਬੈਠਾ ਅੱਜ ਵੀ ਨਹੀਂ ਮੰਗ ਰਿਹਾ। ਉਹ ਅੱਜ ਵੀ ਕਹਿੰਦਾ ਵੀ ਮੈਂ ਕਿਸੇ ਦੀ ਬੇਅਦਬੀ ਕੋਈ ਨਹੀਂ ਕੀਤੀ ਹੈਗੀ, ਮੈਂ ਕੁਝ ਨਹੀਂ ਕੀਤਾ। ਉਹ ਅੱਜ ਵੀ ਜਿਹੜੀ ਉਹਦੀ ਚਿੱਠੀ ਜਾਰੀ ਹੋਈ ਆ ਉਹਦੀ ਜਿਹੜੀ ਉਹਨੇ ਆਪਣੇ ਅਨਿਆਈਆਂ ਦੇ ਜੇਲ੍ਹ ਦੇ ਵਿੱਚੋਂ ਲਿਖੀ ਹੈਗੀ ਆ, ਉਹ ਕਿਤੇ ਵੀ ਨਹੀਂ ਮੰਨਦਾ ਆਪਣੇ ਆਪ ਨੂੰ। ਅੱਜ ਵੀ ਉਹ ਗੁਰੂ ਕਹਿ ਰਿਹਾ ਉਹਨਾਂ ਦਾ ਵੀ ਮੈਂ ਤੁਹਾਡਾ ਗੁਰੂ ਹੈਗਾ। ਤੇ ਚਲੋ ਉਹਨਾਂ ਦਾ ਵੱਖਰਾ ਮਸਲਾ ਹੈਗਾ, ਉਹਨਾਂ ਦਾ ਗੁਰੂ ਹੈਗਾ, ਪਰ ਜੇ ਉਹ ਉਹਨਾਂ ਦਾ ਗੁਰੂ ਹੈ ਉਹਨਾਂ ਦੇ ਸਤਿਕਾਰ ਨੇ ਉਹ ਗੱਲ ਵੱਖਰੀ ਹੈਗੀ ਹੈ। ਪਰ ਜੇ ਦੂਜੇ ਧਰਮਾਂ ਨਾਲ ਵਿਵਾਦ ਪੈਦਾ ਹੁੰਦਾ ਤਾਂ ਕਾਨੂੰਨੀ ਮਸਲਾ ਖੜਾ ਹੁੰਦਾ ਉਸ ਚੀਜ਼ ਦਾ। ਪਰ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਤਰਲੋਚਨ ਸਿੰਘ ਉਹਨਾਂ ਦੀ, ਮੈਂ ਇੱਕ ਵਾਰੀ ਉਹਨਾਂ ਦੀ ਇੱਕ ਉਹ ਪੜ੍ਹ ਰਿਹਾ ਸੀਗਾ, ਕਿਤੇ ਇੰਟਰਵਿਊ ਪੜ੍ਹ ਰਿਹਾ ਸੀਗਾ। ਤਰਲੋਚਨ ਸਿੰਘ ਉਹਨਾਂ ਨੇ ਜਿਹੜੇ ਰਾਜ ਸਭਾ ਮੈਂਬਰ ਰਹੇ ਨੇ, ਤਾਂ ਉਹਨਾਂ ਦੇ ਇਹ ਕਹਿਣਾ ਸੀਗਾ ਕਿ ਜਿਹੜੀ ਚਿੱਠੀ ਡਰਾਫਟ ਕੀਤੀ ਗਈ ਸੀ ਇਹ ਵਾਲੀ ਬੇਦਬੀ ਜਿਹੜਾ ਮਾਫੀਨਾਮੇ ਵਾਲੀ, ਇਹ ਚਿੱਠੀ ਕਹਿੰਦਾ ਮੈਨੂੰ ਮੈਂ ਨਾਲ ਸੀਗਾ ਉਸ ਟਾਈਮ ਜਦੋਂ ਚਿੱਠੀ ਜਿਹੜੀ ਡਰਾਫਟ ਕੀਤੀ ਗਈ ਸੀ, ਇਹ ਲਿਖਿਆ ਕੁਝ ਹੋਰ ਗਿਆ ਸੀਗਾ, ਉਹਦੇ 'ਚ ਮਾਫੀ ਵਾਲੀ ਕੋਈ ਗੱਲ ਹੀ ਨਹੀਂ ਸੀਗੀ।
ਤੇ ਉਹਨੂੰ ਜਿਹੜਾ ਬਦਲ ਕੇ ਇਹਨਾਂ ਨੇ ਜਿਹੜੀ ਆ ਉਹ ਚਿੱਠੀ ਮਾਫੀ ਜਿਹੜੀ ਆ ਹਾਂ ਉਹਨਾਂ ਨੇ ਕਰ ਦਿੱਤਾ ਗਿਆ। ਇਹ ਤਾਂ ਫਿਰ ਉਹ ਤਾਂ ਹਲੇ ਕੁਝ ਵੀ ਨਹੀਂ ਸੀਗਾ। ਤੇ ਜਿੰਨਾ ਵੱਡਾ ਇਹ ਮਸਲਾ ਹੈਗਾ ਜਿਹੜਾ ਬੇਦਬੀ ਹੋਈ, ਉਸ ਤੋਂ ਬਾਅਦ ਕਿੰਨਾ ਕੁਝ ਨੁਕਸਾਨ ਹੋਇਆ ਪੰਜਾਬ ਦਾ, ਉਸ ਤੋਂ ਬਾਅਦ ਉਹਨਾਂ ਨੇ ਸਵਾਂਗ ਰਚਣ ਦਾ ਜਿਹੜਾ ਇੱਕ ਹੋਇਆ, ਉਸ ਤੋਂ ਬਾਅਦ ਜਿਹੜਾ ਸੀਗਾ ਕਤਲੇਆਮ ਮਚਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕਿੱਡਾ ਵੱਡਾ ਜਿਹੜਾ ਹੁਣ ਇੱਥੇ ਉਹਨਾਂ ਦੀ ਬੇਦਬੀ ਕੀਤੀ ਗਈ, ਅੰਗ ਖਿਲਾਰੇ ਗਏ। ਅੱਜ ਵੀ ਜਿਹੜੀ ਆ ਉਹ ਇੱਕ ਸਰਕਾਰ ਬਦਲ ਗਈ, ਉਸ ਨੂੰ ਲੈ ਕੇ ਦੂਜੀ ਸਰਕਾਰ ਜਿਹੜੀ ਉਸ ਮਸਲੇ ਨੂੰ ਲੈ ਕੇ ਆ ਗਈ। 2-3 ਸਰਕਾਰਾਂ ਬਦਲ ਚੁੱਕੀਆਂ। ਹੁਣ ਦੇਖੋ 2017 ਦੇ ਵਿੱਚ ਜਿਹੜੀ ਆ ਉਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਦਲ ਗਈ, 2022 ਦੇ ਵਿੱਚ ਜਿਹੜੀ ਆ ਉਹ ਕਾਂਗਰਸ ਸਰਕਾਰ ਬਦਲ ਗਈ, ਕਿਉਂਕਿ ਉਹਨਾਂ ਨੇ ਵੀ ਬੇਦਬੀ ਮਾਮਲੇ 'ਚ ਇਨਸਾਫ ਨਹੀਂ ਦਵਾਇਆ। ਐਡੇ ਬੜੇ ਮਸਲੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਉਹਨਾਂ ਨੂੰ ਮਾਫ ਕਰ ਦਿੱਤਾ ਹੈ ਜੀ। ਤੇ ਉਹ ਇਹ ਇੰਨੇ ਕੁ ਮਸਲੇ ਨੂੰ ਲੈ ਕੇ ਜਿਹੜਾ ਉਹ ਐਡਾ ਬੜਾ ਵਿਵਾਦ ਖੜਾ ਕੀਤਾ ਜਾ ਰਿਹਾ, ਤਾਂ ਉਹ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਫੇਰਨ ਦੀ ਜਿਹੜੀ ਆ ਉਹ ਲੋੜ ਹੈਗੀ ਆ ਜੀ। ਇੱਥੇ ਕੁਲਵੰਤ ਜੀ ਮੈਂ ਜਾਂਦੇ ਐਂਡਿੰਗ ਰਿਮਾਰਕਸ ਦੇ ਵਿੱਚ ਇਹ ਗੱਲ ਵੀ ਦੱਸ ਦੇਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਬਠਿੰਡੇ ਤੋਂ ਜਿਹੜੇ ਨੇਤਾ ਸੀਗੇ, ਉਹਨਾਂ ਨੇ ਜਾ ਕੇ ਫਿਰ ਵੋਟਾਂ ਵੀ ਮੰਗੀਆਂ ਸੀ ਇਹਨਾਂ ਤੋਂ, ਉਹ ਜਿਹੜੇ ਡੇਰਾ ਦੇ ਨੇ ਆਈ ਨੇ ਉਹਨਾਂ ਤੋਂ। ਕਹਿੰਦੇ ਉਹ ਫਿਰ ਬਾਅਦ 'ਚ ਭਾਵੇਂ ਉਹਨਾਂ ਨੇ ਬੀਜੇਪੀ ਨੂੰ ਵੋਟਾਂ ਪਾਉਣ ਦਾ ਦਾਅਵਾ ਕੀਤਾ ਸੀ, ਪਰ ਇੱਥੇ ਇੱਕ ਗੱਲ ਸਾਫ਼ ਹੋ ਗਈ ਸੀਗੀ ਕਿ ਹੁਣ ਇਹ ਡੇਰਾਵਾਦ ਜਿਹੜਾ ਪੰਜਾਬ 'ਚ ਜ਼ਿਆਦਾ ਨਹੀਂ ਚੱਲਣਾ, ਨਾ ਹਿੰਦੂ ਸਿੱਖ ਜਿਹੜੀ ਹੋਣ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਸੀਗੀ ਉਹ ਵੀ ਜ਼ਿਆਦਾ ਪੰਜਾਬ ਦੇ ਵਿੱਚ ਨਹੀਂ ਚੱਲਦੀ। ਕਿ ਲੋਕਾਂ ਨੇ ਸਾਬਤ ਵੀ ਕਰ ਦਿੱਤਾ, ਕਿਉਂਕਿ ਇਹ ਨਿਕਲ ਕੇ ਸਾਹਮਣੇ ਆਈ ਸੀ ਵੀ ਡੇਰੇ ਵਾਲਿਆਂ ਨੇ ਵੋਟ ਜਿਹੜੀ ਆ ਤੱਕੜੀ ਤੇ ਕਮਲ ਦੇ ਫੁੱਲ ਨੂੰ ਕਿਹਾ ਸੀਗਾ। ਉਹਨਾਂ ਨੂੰ ਅੰਦਰੋਂ ਉਹਨਾਂ ਨੂੰ ਫਤਵਾ ਵੀ ਜਾਰੀ ਹੋਇਆ ਸੀਗਾ ਉਸ ਮਸਲੇ ਦਾ ਡੇਰਾ ਮੁਖੀ ਵੱਲੋਂ, ਪਰ ਉਹ ਜਿਹੜਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ 92 ਸੀਟਾਂ ਆ ਜਾਂਦੀਆਂ ਨੇ ਤਾਂ ਫਿਰ ਡੇਰੇ ਵਾਲਿਆਂ ਨੂੰ ਕੌਣ ਪੁੱਛੇਗਾ? ਫਿਰ ਕਿਸੇ ਡੇਰੇ ਵਾਲੇ ਦੇ ਜਿਹੜੇ ਫਤਵੇ ਨੂੰ ਜਾਂ ਕਿਸੇ ਨੂੰ ਪੁੱਛਣਾ ਹੈਗਾ। ਇਹੋ ਕਾਰਨ ਹੈ ਕਿ ਹੁਣ ਜਿਹੜਾ ਉਹ ਡੇਰਾ ਸਾਹਿਬ ਦੇ ਉੱਤੇ ਜਿਹੜਾ ਪਰਚਾ ਜਿਹੜਾ ਇੱਕ ਹੋਰ ਦਰਜ ਕਰ ਦਿੱਤਾ ਗਿਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਵੀ ਇਹ ਚੀਜ਼ ਨਿਕਲ ਕੇ ਵੀ ਸਾਹਮਣੇ ਆਏਗੀ ਵੀ ਬੇਦਬੀ ਦੇ ਵਿੱਚ ਕੌਣ ਸੀਗਾ। ਕੋਰਟ ਨੇ ਤਾਂ ਬੁਲਾ ਹੀ ਲਿਆ ਉਹਨਾਂ ਨੂੰ, ਕਹਿੰਦੇ ਜੀ ਲੈ ਕੇ ਆਓ ਬਾਬਾ ਜੀ ਨਾਲ, ਦੇਖੀਏ ਗੱਲਬਾਤ ਕਰੀਏ ਕੀ ਕਹਿੰਦੇ ਅੱਜ ਕੱਲ੍ਹ। ਤੇ ਇੱਥੇ ਹੁਣ ਗੱਲ ਕਰ ਲਈਏ ਕਿ ਐਸਜੀਪੀਸੀ ਦੀ ਜੀ, ਐਸਜੀਪੀਸੀ ਜਾਣ ਲੱਗੇ ਤੁਹਾਨੂੰ ਇੱਕ ਮੈਂ ਸਵਾਲ ਹੈ ਸਾਡੇ ਵੱਲੋਂ ਜ਼ਰੂਰ ਅਸੀਂ ਪੁੱਛਣਾ ਚਾਹਾਂਗੇ ਕਿ ਸਰੂਪ ਗਾਇਬ ਹੋਏ ਸੀਗੇ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਸਾਡੇ ਸਾਰਿਆਂ ਦੇ ਸਤਿਕਾਰਯੋਗ ਨੇ, ਸਿੱਖ ਧਰਮ ਦੇ 11ਵੇਂ ਗੁਰੂ ਕਹੇ ਜਾਂਦੇ ਨੇ, ਉਹਨਾਂ ਦੇ ਸਰੂਪ ਕੁਝ ਗਾਇਬ ਹੋਏ ਸੀ। ਉਹਨਾਂ ਦੀ ਇਨਵੈਸਟੀਗੇਸ਼ਨ ਕਿੱਥੇ ਜੇ ਪੁੱਜੀ? ਕਿਉਂਕਿ ਗਿਆਨੀ ਉਹਨਾਂ ਨੇ ਪਹਿਲਾਂ ਤਾਂ ਜਦੋਂ ਇਹ ਮਾਮਲਾ ਸਾਹਮਣੇ ਆਇਆ ਬੜੇ ਜ਼ੋਰਾਂ ਸ਼ੋਰਾਂ ਨਾਲ ਇਸ ਦੇ ਉੱਪਰ ਜਿਹੜਾ ਆਪਣਾ ਰੁੱਖ ਹੈ ਉਹ ਰੱਖਿਆ ਸੀ, ਤੇ ਉਸ ਤੋਂ ਬਾਅਦ ਫਿਰ ਉਹ ਮੁੱਕਰ ਗਏ ਸੀ, ਕਹਿੰਦੇ ਵੀ ਨਹੀਂ ਜੀ ਕੋਈ ਸਰੂਪ ਚੋਰੀ ਨਹੀਂ ਹੋਇਆ। ਉਹਦਾ ਬੜਾ ਰੌਲਾ ਚੱਲ ਰਿਹਾ, ਕੁਝ ਗਲਿਆਰੇ ਦਾ ਰੌਲਾ ਚੱਲ ਰਿਹਾ ਕਿ ਉੱਥੇ ਬੜਾ ਵੱਡਾ ਘਪਲਾ ਹੋਇਆ। ਕੱਲ੍ਹ ਹੀ ਇੱਕ ਡੈਲੀਗੇਟ ਹੈ ਜਿਹੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਕਿਹਾ ਕਿ ਕਾਫੀ ਕਰਪਸ਼ਨ ਜਿਹੜੀ ਐਸਜੀਪੀਸੀ ਦੇ ਵਿੱਚ ਚੱਲ ਰਹੀ ਹੈ। ਇਹਦੇ ਬਾਰੇ ਵੀ ਤੁਸੀਂ ਸਿੰਘ ਸਾਹਿਬ ਜ਼ਰੂਰ ਜਿਹੜਾ ਚਾਨਣਾ ਉਹ ਪਾਓ, ਤੇ ਸਾਡਾ ਸਤਿਕਾਰ ਤੁਹਾਡੇ ਨਾਲ ਹੈ, ਸਾਡਾ ਜਿਹੜੀ ਤੁਸੀਂ ਗੱਦੀ 'ਤੇ ਬੈਠੇ ਹੋ ਉਹਨਾਂ ਪ੍ਰਤੀ ਸਾਡਾ ਪੂਰਾ ਸਤਿਕਾਰ ਹੈ, ਪਰ ਇਹ ਕੁਐਸਚਨ ਵੀ ਜ਼ਰੂਰੀ ਨੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਸਵਾਲ ਨੇ ਜਿਹੜੇ ਉੱਠਣੇ ਸ਼ੁਰੂ ਹੋ ਗਏ ਨੇ। ਤੁਸੀਂ ਦੇਖ ਰਹੇ ਸੀ ਆਵਾਜ਼-ਏ-ਪੰਜਾਬ ਜੀ, ਮੈਂ ਬੌਨੀ ਬਿੰਦਰਾ। ਕੱਲ੍ਹ ਫੇਰ ਮਿਲਦੇ ਹਾਂ ਇਸੇ ਟਾਈਮ। ਧੰਨਵਾਦ।